ਸਤਿ ਸਾਹਿਬ ਸਟੂਡੈਂਟ ਪਹਿਲਾਂ ਤੁਹਾਨੂੰ ਮੈਂ ਨਾ ਇੰਸ਼ੋਰੈਂਸ ਕਲੇਮ ਜਿਹਦਾ ਚੈਪਟਰ ਦੀ ਥਿਊਰੀ ਭੇਜੀ ਸੀਗੀ। ਠੀਕ ਹੈ ਨਾ, ਉਹ ਥਿਊਰੀ ਵੀ ਤੁਸੀਂ ਪੜ੍ਹ ਲੈਣੀ ਆ ਤੇ ਤੁਹਾਨੂੰ ਮੈਂ ਥਿਊਰੀ ਥੋੜੀ ਬਹੁਤੀ ਅੰਡਰਸਟੈਂਡ ਵੀ ਕਰ ਦਿੰਦਾ ਮੇਰੇ ਵਿੱਚ ਕੀ ਹੈ ਤੇ ਉਹਦੇ ਨਿਊਮੈਰੀਕਲ ਵੀ ਤੁਹਾਨੂੰ ਦੱਸ ਦਿੰਦਾ। ਠੀਕ ਹੈ ਨਾ, ਦੇਖੋ ਬੇਟਾ ਜਿਹੜਾ ਇੰਸ਼ੋਰੈਂਸ ਕਲੇਮ ਆ ਸਾਨੂੰ ਪਤਾ ਆਪਾਂ ਇੰਸ਼ੋਰੈਂਸ ਕਾਹਦੇ ਕਰਾਣੇ ਆ ਕਿ ਜਿਹੜਾ ਵੀ ਸਾਡੇ ਬਿਜ਼ਨਸ ਦੇ ਵਿੱਚ ਰਿਸਕ ਹੁੰਦਾ ਆ, ਜਿਹੜਾ ਇੰਸ਼ੋਰੈਂਸ ਕਾਹਦੇ ਕਰਾਇਆ ਜਾਂਦਾ ਕਿ ਬਿਜ਼ਨਸ ਦੇ ਵਿੱਚ ਜਿਹੜਾ ਰਿਸਕ ਹੁੰਦਾ ਆ ਕਿ ਮੰਨ ਲਓ ਜਿਹੜੇ ਲੋਸ ਹੋਣ ਦੇ ਚਾਂਸਸ ਹੁੰਦੇ ਆ, ਠੀਕ ਹੈ ਜੀ, ਉਹਨੂੰ ਕਵਰ ਕਰਨ ਲਈ ਆਪਾਂ ਇੰਸ਼ੋਰੈਂਸ ਕਰਾਣੀ ਆ। ਕੱਲ ਨੂੰ ਬਿਜ਼ਨਸ ਵਿੱਚ ਅੱਗ ਲੱਗ ਸਕਦੀ ਆ, ਠੀਕ ਨਾ, ਜਾਂ ਫਿਰ ਕਿਸ ਤਰ੍ਹਾਂ ਦੀ ਕੋਈ ਮੰਨ ਲਓ ਪ੍ਰੋਬਲਮ ਆ ਸਕਦੀ ਹੈ ਜਿਹਨਾਂ ਸਾਨੂੰ ਲੋਸ ਹੋ ਜਾਵੇ, ਉਸ ਚੀਜ਼ ਨੂੰ ਕਵਰ ਕਰਨ ਦੇ ਲਈ ਕਿ ਸਾਡਾ ਬਿਜ਼ਨਸ ਵਿੱਚ ਲੋਸ ਨਾ ਹੋਵੇ ਅਸੀਂ ਕੀ ਕਰਾਉਂਦੇ ਆ ਜੀ, ਇੰਸ਼ੋਰੈਂਸ ਕਰਾਉਂਦੇ ਆ। ਠੀਕ ਨਾ, ਕਿਸੇ ਵੀ ਬਿਜ਼ਨਸ ਦੇ ਵਿੱਚ ਬੇਟਾ ਅਸੀਂ ਜ਼ਿਆਦਾਤਰ ਨਾ ਦੋ ਤਰ੍ਹਾਂ ਦਾ ਇੰਸ਼ੋਰੈਂਸ ਕਰਾਉਣੀ ਆ, ਜਿਹੜਾ ਆਪਾਂ ਸਾਡੀ ਬੁੱਕ ਸਿਲੇਬਸ ਦੇ ਵਿੱਚ ਵੀ ਆ। ਪਹਿਲੇ ਨੰਬਰ ਤੇ ਹੈਗਾ ਸਾਡਾ ਕਿਹਾ ਜੀ ਲੋਸ ਆਫ ਸਟਾਕ ਪੋਲਿਸੀ, ਕਿਹੜਾ ਜੀ, ਲੋਸ ਆਫ ਸਟਾਕ ਪੋਲਿਸੀ। ਤੇ ਦੂਜੇ ਨੰਬਰ ਤੇ ਹੈਗੀ ਸਾਡੇ ਕੋਲ ਲੋਸ ਆਫ ਪ੍ਰੋਫਿਟ ਪੋਲਿਸੀ। ਠੀਕ ਨਾ, ਕਿ ਅਸੀਂ ਬਿਜ਼ਨਸ ਦੇ ਵਿੱਚ ਦੋ ਤਰ੍ਹਾਂ ਦੀਆਂ ਪੋਲਿਸੀਆਂ ਲੈਣੇ ਆ। ਇੱਕ ਕਿਹੜਾ ਲੈਣੇ ਆ ਜੀ, ਲੋਸ ਆਫ ਸਟਾਕ ਪੋਲਿਸੀ, ਦੂਜਾ ਲੈਣੇ ਲੋਸ ਆਫ ਪ੍ਰੋਫਿਟ ਪੋਲਿਸੀ। ਠੀਕ ਨਾ, ਹੁਣ ਬੇਟਾ ਤੁਹਾਨੂੰ ਮੈਂ ਦੋਨੇ ਪਹਿਲਾਂ ਐਕਸਪਲੇਨ ਕਰ ਦਿੰਦਾ, ਫਿਰ ਇਹਨਾਂ ਦੋਨਾਂ ਦੇ ਨਾਲ ਦੇ ਰਿਲੇਟਡ ਆਪਾਂ ਨਿਊਮੈਰੀਕਲ ਕਰਨੇ ਆ। ਠੀਕ ਨਾ, ਜਿਹਦਾ ਪਹਿਲੇ ਨੰਬਰ ਤੇ ਹੈਗਾ ਸਾਡੇ ਕੋਲ ਲੋਸ ਆਫ ਸਟਾਕ ਪੋਲਿਸੀ। ਲੋਸ ਆਫ ਸਟਾਕ ਪੋਲਿਸੀ ਦੇ ਵਿੱਚ ਕੀ ਹੁੰਦਾ ਆ ਕਿ ਜਿੱਦਾਂ ਨਾ ਸਾਡੇ ਮੰਨ ਲਓ ਸਟਾਕ ਦੇ ਵਿੱਚ, ਠੀਕ ਹੈ ਜੀ, ਸਟੋਰ ਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਸਟਾਕ ਪਏ ਹੁੰਦੀ ਆ, ਜਿੱਦਾਂ ਕਿਹੜਾ ਜੀ ਰਾਅ ਮਟੀਰੀਅਲ ਦਾ ਸਟਾਕ ਆ, ਜਾਂ ਫਿਰ ਕਿਹਾ ਜੀ ਫਿਨਿਸ਼ ਗੁੱਡਸ ਦਾ ਸਟਾਕ ਆ। ਠੀਕ ਹੈ ਨਾ, ਹੁਣ ਜੇ ਵੀ ਲਿਖਿਆ ਜੀ ਸਾਡੇ ਗੋਦਾਮ ਦੇ ਵਿੱਚ ਅੱਗ ਲੱਗ ਜਾਂਦੀ ਆ, ਵੇਅਰਹਾਊਸ ਦੇ ਵਿੱਚ ਅੱਗ ਲੱਗ ਜਾਂਦੀ ਆ, ਔਰ ਅੱਗ ਲੱਗਣ ਨਾਲ ਕੀ ਹੋ ਜਾਂਦਾ, ਸਾਡਾ ਸਟਾਕ ਕਿਆ ਹੋ ਜਾਂਦਾ ਜੀ, ਡਿਸਟਰੋਏ ਹੋ ਜਾਂਦਾ, ਸਾਨੂੰ ਲੋਸ ਹੋ ਜਾਂਦਾ। ਤਾਂ ਉਸ ਲੋਸ ਨੂੰ ਕਵਰ ਕਰਨ ਲਈ ਆਪਾਂ ਜਿਹੜੀ ਪੋਲਿਸੀ ਲੈਣੀ ਆ, ਲੋਸ ਆਫ ਸਟਾਕ ਪੋਲਿਸੀ ਲੈਣੀ ਹੈ। ਠੀਕ ਨਾ, ਕਿ ਜਿੰਨਾ ਸਾਡਾ ਮਤਲਬ ਡਿਸਟਰੋਏ ਹੋਇਆ ਹੋਣਾ ਉਹ ਸਾਡਾ ਕਿਹਾ ਜੀ ਲੋਸ ਕਿਹਾ ਜੀ ਇੰਸ਼ੋਰੈਂਸ ਕੰਪਨੀ ਨੇ ਕਵਰ ਕਰਤਾ ਨਾ। ਠੀਕ ਨਾ, ਤੇ ਦੂਜੇ ਨੰਬਰ ਤੇ ਆ ਜਾਂਦਾ ਹੈਗਾ ਤੁਹਾਨੂੰ ਮੈਂ ਦੱਸਿਆ ਕਿਹਾ ਜੀ ਲੋਸ ਆਫ ਪ੍ਰੋਫਿਟ ਪੋਲਿਸੀ, ਕਿਹਾ ਜੀ ਲੋਸ ਆਫ ਪ੍ਰੋਫਿਟ ਪੋਲਿਸੀ। ਹੁਣ ਦੇਖੋ ਬੇਟਾ ਸਾਡੇ ਬਿਜ਼ਨਸ ਦੇ ਵਿੱਚ ਅੱਗ ਲੱਗ ਗਈ, ਸਾਡਾ ਜਿਹੜਾ ਮਤਲਬ ਰਾਅ ਮਟੀਰੀਅਲ ਸੀਗਾ ਉਹ ਡਿਸਟਰੋਏ ਹੋ ਗਿਆ। ਠੀਕ ਨਾ, ਜੇ ਸਾਡਾ ਰਾਅ ਮਟੀਰੀਅਲ ਡਿਸਟਰੋਏ ਹੋਇਆ ਆ, ਰਾਅ ਮਟੀਰੀਅਲ ਕੀ ਹੋਇਆ ਜੀ, ਡਿਸਟਰੋਏ ਹੋਇਆ ਆ, ਤਾਂ ਨੈਚੁਰਲੀ ਆ ਬੇਟਾ ਕਿ ਡਿਸਟਰੋਏ ਹੋਣ ਦੇ ਨਾਲ ਸਾਡਾ ਬਿਜ਼ਨਸ ਵੀ ਡਿਸਟਰਬ ਹੋ ਜਾਣਾ। ਠੀਕ ਨਾ, ਕਿ ਸਾਡਾ ਜਿਹੜਾ ਬਿਜ਼ਨਸ ਹੋਣਾ ਆ, ਠੀਕ ਹੈ ਜੀ, ਉਹਦੀਆਂ ਜਿਹੜੀਆਂ ਕੰਡੀਸ਼ਨਾਂ ਹੋ ਜਾਣੀਆਂ, ਕਿਹੜੀਆਂ ਹੋ ਜਾਣੀਆਂ ਜੀ, ਅਬਨੋਰਮਲ ਕੰਡੀਸ਼ਨ ਵਿੱਚ ਚਲ ਜਾਣਾ। ਠੀਕ ਨਾ, ਦੇਖੋ ਬਿਜ਼ਨਸ ਡਿਸਟਰਬ ਤਾਂ ਹੁੰਦਾ ਹੀ ਆ, ਔਰ ਜੇ ਬਿਜ਼ਨਸ ਡਿਸਟਰਬ ਹੁੰਦਾ ਆ ਨੈਚੁਰਲੀ ਆ ਜੀ ਉਸ ਚੀਜ਼ ਦਾ ਇਫੈਕਟ ਜਿਹੜਾ ਪੈਣਾ ਆ ਕਿਤੇ ਪੈਣਾ ਆ, ਸਾਡੇ ਬਿਜ਼ਨਸ ਤੇ ਪੈਣਾ। ਔਰ ਇਹਦੇ ਕਾਰਨ ਕੀ ਹੋਣਾ, ਜਿਹੜਾ ਸਾਡਾ ਪ੍ਰੋਫਿਟ ਹੋਣਾ ਆ ਪਿਛਲੇ ਸਾਲ ਦੇ ਕੰਪੈਰੀਜ਼ਨ ਉਹ ਕੀ ਹੋ ਜਾਣਾ ਜੀ, ਡਿਕਰੀਜ਼ ਹੋ ਜਾਣਾ। ਠੀਕ ਨਾ, ਔਰ ਜਿਹੜਾ ਸਾਡਾ ਪ੍ਰੋਫਿਟ ਡਿਕਰੀਜ਼ ਹੁੰਦਾ ਆ ਉਸੇ ਚੀਜ਼ ਨੂੰ ਕਹਿ ਦਿੰਦੇ ਆਪਾਂ ਲੋਸ ਆਫ ਪ੍ਰੋਫਿਟ, ਕਿ ਸਾਨੂੰ ਕਿੰਨੇ ਪ੍ਰੋਫਿਟ ਦਾ ਲੋਸ ਹੋ ਗਿਆ। ਜੇ ਮੰਨ ਲਓ ਪਹਿਲੇ ਸਾਲ ਸਾਨੂੰ ਹਰ ਸਾਲ 5000 ਦਾ ਪ੍ਰੋਫਿਟ ਹੁੰਦਾ ਸੀ, ਪਹਿਲੇ ਸਾਲ ਦੇ ਕੰਪੈਰੀਜ਼ਨ ਐਤਕੀ ਕਿੰਨੇ ਦਾ ਹੋਇਆ ਜੀ, 3500 ਦਾ, ਤਾਂ ਜਿਹੜਾ 1500 ਸਾਡਾ ਪ੍ਰੋਫਿਟ ਘਟ ਗਿਆ ਨਾ ਪਿਛਲੇ ਸਾਲ ਦੇ ਕੰਪੈਰੀਜ਼ਨ, ਉਹਨੂੰ ਆਪਾਂ ਕਹਿ ਦਿੰਦੇ ਆ ਕਿ ਜੀ ਲੋਸ ਆਫ ਪ੍ਰੋਫਿਟ। ਤੇ ਉਹ ਜਿਹੜਾ ਪ੍ਰੋਫਿਟ ਘਟਿਆ ਆ ਉਸ ਪ੍ਰੋਫਿਟ ਨੂੰ ਪੂਰਾ ਕਰਨ ਦੇ ਲਈ ਅਸੀਂ ਕਹੇ ਜੀ ਪੋਲਿਸੀ ਲੈਣੀ ਆ, ਜਿਹਨੂੰ ਲੋਸ ਆਫ ਪ੍ਰੋਫਿਟ ਪੋਲਿਸੀ ਕਹਿੰਦੇ ਆ। ਠੀਕ ਨਾ, ਕਿ ਮਤਲਬ ਕਿ ਜੀ ਪਿਛਲੇ ਸਾਲ ਦੇ ਕੰਪੈਰੀਜ਼ਨ ਜੇ ਸਾਡਾ ਇਸ ਸਾਲ ਪ੍ਰੋਫਿਟ ਘਟ ਜਾਂਦਾ ਆ ਉਸ ਪ੍ਰੋਫਿਟ ਨੂੰ ਪੂਰਾ ਕਰਨ ਦੇ ਲਈ, ਕਿਉਂਕਿ ਅਸੀਂ ਚਾਹੁੰਦੇ ਆ ਕਿ ਜੇ ਸਾਡਾ ਇਸ ਸਾਲ 5000 ਪ੍ਰੋਫਿਟ ਹੋਇਆ ਨਾ ਅਗਲੇ ਸਾਲ 6000 ਹੋਵੇ, ਅਗਲੇ ਸਾਲ ਕੀ ਹੋਵੇ ਜੀ 6000, ਪਰ ਕਿਸੇ ਕਾਰਨ ਕਰਕੇ ਪ੍ਰੋਫਿਟ ਸਾਡਾ ਘਟ ਜਾਂਦਾ ਆ, ਤਾਂ ਆਪਾਂ ਜੇ ਪੋਲਿਸੀ ਲਈ ਹੋਊਗੀ ਨਾ ਪ੍ਰੋਫਿਟ ਆਫ ਲੋਸ ਆਫ ਪ੍ਰੋਫਿਟ ਪੋਲਿਸੀ, ਤਾਂ ਜਿੰਨਾ ਸਾਡਾ ਪ੍ਰੋਫਿਟ ਘੱਟ ਹੋਣਾ ਹੈ ਨਾ ਉਹ ਸਾਨੂੰ ਇੰਸ਼ੋਰੈਂਸ ਕੰਪਨੀ ਨੇ ਪੇ ਕਰਨਾ ਆ। ਠੀਕ ਨਾ, ਇਹਨੂੰ ਆਪਾਂ ਕਹਿ ਦਿੰਦੇ ਆ ਬੇਟਾ ਲੋਸ ਆਫ ਪ੍ਰੋਫਿਟ ਪੋਲਿਸੀ। ਠੀਕ ਨਾ, ਹੁਣ ਬੇਟਾ ਆਪਾਂ ਦੋਨਾਂ ਤਰ੍ਹਾਂ ਦੇ ਨਿਊਮੈਰੀਕਲ ਕਰਨੇ ਆ। ਪਹਿਲੇ ਨੰਬਰ ਤੇ ਕਰਨਾ ਹੈਗਾ ਲੋਸ ਆਫ ਸਟਾਕ ਪੋਲਿਸੀ, ਦੂਜੇ ਨੰਬਰ ਤੇ ਕਰਨਾ ਹੈਗਾ ਲੋਸ ਆਫ ਪ੍ਰੋਫਿਟ ਪੋਲਿਸੀ। ਠੀਕ ਨਾ, ਪਹਿਲਾ ਬੇਟਾ ਸਾਡੇ ਕੋਲ ਜਿਹੜਾ ਟੌਪਿਕ ਹੈਗਾ ਉਹਦੇ ਨਾਲ ਦੇ ਆਪਾਂ ਨਿਊਮੈਰੀਕਲ ਕਰਨੇ ਕਿਹੜਾ ਜੀ, ਲੋਸ ਆਫ ਸਟਾਕ ਬਾय फायर पॉलिसी। क्या जी, लॉस ऑफ स्टॉक, क्या जी, सॉरी, लॉस ऑफ स्टॉक डिस्ट्रॉयड बाय
फायर। तीजा ने मतलब जी अग दे नाल जिहड़ा डिस्ट्रॉय हो जाना ਉਹਲੇ ਆਪਾਂ कह जी पॉलिसी ਲੈਣੀ ਆ ਤੇ ਉਹਦੇ ਆਪਾਂ ਨੂਮੈਰੀਕਲ ਹੁਣ ਕਰਨ ਲੱਗੇ ਆ। बेटा ਹੁਣ ਇਹਦੇ ਨੂਮੈਰੀਕਲ ਦੇਖੋ। ਹਾਂਜੀ बेटा ਹੁਣ ਪਹਿਲੇ ਨੰਬਰ ਦਾ ਜਿਹੜਾ ਨੂਮੈਰੀਕਲ ਕਰਨੇ ਉਹ ਹੈਗਾ ਹੈ ਸਾਡੇ ਕੋਲ ਲੋਸ ਆਫ ਸਟਾਕ। ਠੀਕ ਹੈ ਜੀ, ਲੋਸ ਆਫ ਸਟਾਕ ਪॉलिसी। ठीक है, यानी कि ਜਿਹੜਾ ਕਹੇ ਜੀ ਸਾਡਾ ਲੋਸ ਸਟਾਕ ਦਾ ਲੋਸ ਹੋਣਾ ਆ, ਠੀਕ ਆ, ਉਹਲੇ ਆਪਾਂ ਪॉलिसी ਲੈਣੀ ਆ। ਠੀਕ ਹੈ ਨਾ। ਔਰ ਇਹਦੇ ਵਿੱਚ ਜਿਹੜਾ ਮਤਲਬ ਜ਼ਿਆਦਾਤਰ ਮਤਲਬ ਗੋਦਾਮ ਦੇ ਵਿੱਚ ਅੱਗ ਲੱਗਣ ਜਾਂ ਉਹਨਾਂ ਕਦੀ ਤਾਂ ਹੁੰਦਾ। ਠੀਕ ਹੈ ਨਾ। ਔਰ ਇਹਦੇ ਵਿੱਚ ਬੇਟਾ ਸਾਡੇ ਕੋਲ 3 ਤਰ੍ਹਾਂ ਦੇ ਨਿਊਮੈਰੀਕਲ ਹੋਣੇ ਆ। ਠੀਕ ਹੈ ਨਾ। ਪਹਿਲੇ ਨੰਬਰ ਤੇ ਦੇਖੋ ਜੀ, ਪਹਿਲਾ ਜਿਹੜਾ ਕੇਸ ਆ ਸਾਡੇ ਕੋਲ ਉਹ ਨਿਊਮੈਰੀਕਲ ਕਿਸ ਤਰ੍ਹਾਂ ਦੇ ਹੋਣੇ ਆ। ਪਹਿਲੇ ਕੇਸ ਦੇ ਵਿੱਚ ਜਿਹਦੇ ਵਿੱਚ ਸਾਨੂੰ ਕੀ ਹੋਣਾ ਜੀ, ਗ੍ਰੋਸ ਪ੍ਰੋਫਿਟ ਰੇਸ਼ੋ ਫॉर प्रीवियस ईयर गिवन, यानी कि पिछले साल का सानू ग्रोस प्रॉफिट रेशो दिता होना। ठीक है ना। ग्रोस प्रॉफिट रेशो क्या है जी, दिता होना पहले केस दे विच। और जो ग्रोस प्रॉफिट रेशो दिता होना आ, असी की करना है, सब तो पहले तो फाइंड करना हुंदा हैगा आ क्या है जी, स्टॉक ऑन डेट ऑफ फायर, कि जिद्दण अग लगी आ उस दिन का असीं की पता करना हैगा जी, स्टॉक पता करना हुंदा हैगा ऑन डेट ऑफ फायर नूं, कि जिद्दण अग लगी सीगी उस डेट नूं साडे कोल स्टॉक किन्ना सीगा, साडे कोल क्या जी स्टॉक किन्ना सीगा। और इहदे लई बेटा असीं बनाने हुंदे हैगे आ, बनाने हुंदे हैगे आ बेटा memorandum ट्रेडिंग अकाउंट। किहड़ा बनाना जी, memorandum ट्रेडिंग अकाउंट। ठीक है। ट्रेडिंग अकाउंट बेटा उदे बनना जो असीं फाइनल अकाउंट बनाने हुंदे सीगे पहला। ठीक है ना। पर इन्ना इहदे विच बहुते नहीं है साडे, मतलब एंट्री बनिया 2 एंट्री। जिद्दां पहले नंबर एक तो पैदा हुंदा साडे कोल ओपनिंग स्टॉक, दूजे नंबर पर की पैना जी 2/25, इधर वास्ते जी बाय सेल, वही सेल टन या 25 टन जो है तो लैस ऐड कर देना तुम। ठीक है जी। उस तो बाद जी इधर वास्ते जो नहीं दित्तियां हैं साडे कोल क्या जी, डायरैक्ट एक्सपेंसिस। ठीक है जी। और एक पैना है साडे कोल 2 ग्रोस प्रॉफिट, एक की पैना जी 2 ग्रोस प्रॉफिट। ठीक है ना। तो बेटा असीं इहनूं फिर बैलेंस कर देना, जिहड़ा बैलेंस करके इधरले पासे आना आ वो तुहाडा आ जाना हैगा आ क्लोजिंग स्टॉक। कहदा जी जिहड़ी भी साडे कोल बैलेंसिंग फिगर आनी आ, जिहड़ी साडे कोल बैलेंसिंग फिगर आनी आ वो साडे कोल की होनी हैगी आ जी, क्लोजिंग स्टॉक ऑन डेट ऑफ फायर, क्लोजिंग स्टॉक ऑन डेट ऑफ फायर। ठीक है ना। हुण बेटा इहदे विच एक चीज़ तुसीं ध्यान रखनी आ। ठीक है ना, कि जे तां मतलब साडे कोल हुण इस दे विच बेटा साडे कोल जदों क्लोजिंग स्टॉक आ जाना इहदा, ठीक है ना, जिहड़ा ये आ जाना है ना, ये साडे कोल की आना जी बेटा, स्टॉक ऑन डेट ऑफ फायर। ठीक है। यानी कि जिस दिन अग लगी है जो साडा उदन स्टॉक होना, जो इत्थे बैलेंसिंग फिगर साडे कोल आना आ, इहदे विच लैस की कर देना जी आपां, जे कोई सेव्ड हो गया बच गया है, ठीक है जी, वो आपां लैस कर देना। तो जिहड़ा आ वाला आ जाना है ये साडे कोल आ जाना है जी, स्टॉक डिस्ट्रॉयड बाय फायर। ठीक है ना। तो बेटा जिहड़ा साडे कोल डिस्ट्रॉयड फायर आ ना, हाँ किहड़ा डिस्ट्रॉयड बाय फायर आ, ठीक है ना, ये साडा फाइंड हो जाना। ठीक है ना। हुण बेटा इहदे विच एक चीज़ का ध्यान रखना होर तुसीं, कि जिहड़ी साडी कह दी जी लॉस ऑफ स्टॉक पॉलिसी है जिहड़ी ओहदी अमाउंट किन्नी आ, इस चीज़ का इफैक्ट पैना। देखो एक चीज़ याद रखियो, जे साडा जिहड़ा आ वाला क्लोजिंग स्टॉक जिहड़ा आना आ, क्लोजिंग स्टॉक ऑन डेट ऑफ फायर, क्लोजिंग स्टॉक ऑन डेट ऑफ
फायर सी जिहड़ा, ठीक है ना। इस चीज़ का बेटा ध्यान रखियो, जे साडा क्या जी स्टॉक ऑन डेट ऑफ फायर, ठीक है जी, लैस देन हैगा पॉलिसी अमाउंट तो, पॉलिसी अमाउंट तो ਜਿਹੜਾ ਤੁਸੀਂ ਇੱਥੇ ਆਨਸਰ ਕੱਢ ਦਿੱਤਾ ਉਹੀ ਤੁਹਾਡਾ ਆਨਸਰ ਹੋਣਾ, ਉਹੀ ਤੁਹਾਡਾ ਕੀ ਹੋਣਾ ਜੀ ਆਨਸਰ ਹੋਣਾ ਆ, ਠੀਕ ਹੈ ਨਾ, ਜਿਹੜਾ ਤੁਸੀਂ ਇੱਥੇ ਕੱਢ ਦੇਣਾ ਹੈ, ਠੀਕ ਨਾ। ਉਸ ਤੋਂ ਬਾਅਦ ਲੇਕਿਨ ਜੇ ਤੁਹਾਡੇ ਕੋਲ ਇਹ ਵਾਲਾ ਤੁਹਾਡਾ ਆਨਸਰ ਨਹੀਂ ਹੈਗਾ, ਇਹ ਵਾਲਾ ਕਿਹਾ ਜੀ ਕੰਡੀਸ਼ਨ ਅਗਲੀ ਕਿਹਾ ਜੀ ਕਿ ਜੇ ਮੰਨ ਲਓ ਬਾਈ ਚਾਂਸ ਕਿ ਤੁਹਾਡੇ ਕੋਲ ਕੀ ਹੈ ਜੀ ਜਿਹੜਾ ਸਟਾਕ ਔਨ डेट ऑफ फायर ग्रेटर दैन होवे किहदा जी पॉलिसी अमाउंट तो, यानी कि जिन्ने दी पॉलिसी है जे उस तो की होवे जी ज़्यादा होगी, जे उहदे कोल क्या होवे जी ज़्यादा होगी। फिर बेटा आपां इत्थे एवरेज क्लॉज लाना, ठीक है ना। इत्थे की करना जी सानूं फिर इंश्योरेंस क्लेम कड्ढना पैना, किस तरह जी, फिर साडे कोल इंश्योरेंस क्लेम इदां आना है जी, ठीक है जी। क्या जी इंश्योरेंस क्लेम किद्दां आना है जी, असीं पहला जिहड़ा साडे कोल आह वाला कड्ढिया सी आपां आ कड्ढिया सी ना, जिहड़ी सेव्ड होई सी ओह घटा के कड्ढिया सी, स्टॉक डिस्ट्रॉय बाय फायर, जिहड़ी साडे कोल सेव हो गई सी घटा के कड्ढिया सी ना स्टॉक, यानी कि जिन्ना स्टॉक दा साडा लॉस होया असीं की करना है जी स्टॉक लॉस बाय फायर बटा जी स्टॉक ऑन डेट ऑफ फायर, सेव्ड घटा के आना होंदा कितना लॉस आ साडा, ते इनू मल्टीप्लाई कर देना आपां क्या जी पॉलिसी दी जिहड़ी अमाउंट होनी साडे, ठीक है ना, जिन्ने दी क्या जी पॉलिसी हैगी आ, पॉलिसी दी जिहड़ी अमाउंट होनी उन्हां आपां की कर देना जी मल्टीप्लाई, फिर साडा इंश्योरेंस क्लेम आ जाना है, ठीक है ना। ਇਹ ਬੇਟਾ ਸੀਗੇ ਸਾਡੇ ਕੋਲ ਜਿਹੜਾ ਹੁਣ ਇਹਦੇ ਨਾਲ ਦਾ ਪਹਿਲਾ ਸਵਾਲ ਮੈਂ ਕਰਨ ਲੱਗਾ ਜਿਹਦੇ ਵਿੱਚ ਸਾਨੂੰ ਗ੍ਰੋਸ ਪ੍ਰੋਫਿਟ ਰੇਸ਼ੋ ਦਿੱਤਾ ਹੋਣਾ ਹੈ, ਠੀਕ ਨਾ। ਹੁਣ ਬੇਟਾ ਦੇਖੋ ਇਹਦੇ ਨਿਊਮੈਰੀਕਲ, ਹੁਣ ਬੇਟਾ ਸਾਡੇ ਕੋਲ ਜਿੱਦਾਂ ਦੇਖੋ ਆਹੀ ਕੁਐਸਚਨ ਆ ਪਹਿਲਾਂ, ਠੀਕ ਹੈ ਜੀ। ਕਹਿੰਦਾ ਫਾਇਰ ਅਕਾਊਂਟ ਕਹਿੰਦਾ 15/9/2016 ਇਨ ਦੀ ਗਡਾਊਨ ਆਫ, ਠੀਕ ਹੈ MS A and B, ਠੀਕ ਹੈ ਨਾ। ਕਹਿੰਦਾ ਫਰੋਮ ਦੀ ਫੋਲੋਇੰਗ ਫਿਗਰ ਸੈਟਨ ਦੀ ਕਲੇਮ ਟੂ ਵੀ ਲੋਗਸ, ਠੀਕ ਹੈ ਕਿ ਦੱਸਣਾ ਸੀ ਕਿੰਨਾ ਕਲੇਮ ਹੋਊਗਾ। ਹੁਣ ਦੇਖੋ ਸਾਨੂੰ ਕੀ ਦਿੱਤਾ ਇਹਦੇ ਵਿੱਚ ਸਟਾਕ ਦਿੱਤਾ 1/4/16 ਨੂੰ, परचेज फ्रॉम दी इन्ने तो इन्ने दिता है कि जानी कि इस डेट तो लैके जिदन अग लगी उदन तक, ठीक है इन्नी परचेज हुई आ। मैन्युफैक्चरिंग एक्सपेंसी दी डायरैक्ट एक्सपेंसी जड़ियाँ होंदियां आ, ठीक है ना। उस तो बाद जी सेल दी हो एक्स ओपनिंग तो लैके जिदन अग लगी उस साल तक उस तरीक तक, गुड्स डिस्ट्रॉय वाली सॉरी गुड्स यूज वाली प्रोपरेटर दैमसेल्फ दी कोस्ट मान लो नहीं पर्सनल यूज लिए कितनी कर ली है, ठीक है ना। अगे बेटा सानूं रेट ऑफ ग्रोस प्रॉफिट दिता है 30% ऑन ਕੋਸਟ, ਇਹਦਾ ਮਤਲਬ ਜੇ ਇਹਦੇ ਵਿੱਚ ਸਾਨੂੰ ਗ੍ਰੋਸ ਪ੍ਰੋਫਿਟ ਰੇਟ ਹੁਣ ਪਹਿਲੇ ਦਿੱਤਾ ਆ, ਗ੍ਰੋਸ ਪ੍ਰੋਫਿਟ ਰੇਟ ਸਾਨੂੰ ਕਿਹਾ ਜੀ ਪਹਿਲੇ ਦਿੱਤਾ ਆ, ਤਾਂ ਅਸੀਂ ਇਹਦੇ ਵਿੱਚ ਬੇਟਾ ਸਿਰਫ ਮੈਮੋਰੈਂਡਮ ਟ੍ਰੇਡਿੰਗ ਅਕਾਊਂਟ ਬਣਾਉਣਾ। ਕਿਹੜਾ ਬਣਾਉਣਾ ਹੈ ਜੀ ਮੈਮੋਰੈਂਡਮ ਟ੍ਰੇਡਿੰਗ ਅਕਾਊਂਟ, ਸਿਰਫ ਮੈਮੋਰੈਂਡਮ ਟ੍ਰੇਡਿੰਗ ਅਕਾਊਂਟ ਬਣਾਉਣਾ ਆਪਾਂ ਇਹਦੇ ਵਿੱਚ, ठीक है जी। किसे जी जिदन अग लगी सी 15/9/16 लिख देना जी 4 अप टू कितना जी 15/9/16 तक, ठीक है। असीं किहड़ा बनाना कल्ला मैमोरेंडम ट्रेडिंग अकाउंट बनाना है, ठीक है बेटा। हुण अगे आ जाओ जी, देखो इहदे विच की है। सब तो पहला सानूं ओपनिंग स्टॉक दिता है, ठीक है, की दिता जी ओपनिंग स्टॉक 1,05,300। पहले तो असीं ये पा देना इहदे विच, ठीक है ना, की पा देना हैगा जी टू ओपनिंग स्टॉक कितना है जी 1,05,300, ठीक है, 1,05,300, ठीक है ना। तो उस तो बाद जी टू परचेज, ठीक है, कितनी है जी 3,50,400, कितनी है जी 3,50,400। इस चो लैस
ਜਿਹੜੀ ਉਹਨੇ ਪਰਸਨਲ ਯੂਜ਼ ਕਰ ਲਈ ਆ, ਠੀਕ ਨਾ, ਉਹ ਕਿੰਨੀ ਆ ਜੀ, ਉਹ ਹੈਗੀ 10,500। 10,500 ਇਹ ਚੋਂ ਆਪਾਂ ਲੈਸ ਕਰ ਦੇਣੀ, ਕੀ ਕਰ ਦੇਣੀ ਆ, 10,500 ਇਹ ਚੋਂ ਆਪਾਂ ਕੀ ਕਰਦੇ ਲੈਸ ਕਰ ਦੇਣੀ, ਕਿੰਨੀ ਆਣੀ 0,0,9, ਠੀਕ ਹੈ ਜੀ। ਤੇ ਇਹ ਚੋਂ ਕੱਢ ਦਿੱਤਾ ਸਾਡੇ ਕੋਲ ਕਿੰਨਾ ਆਣਾ ਜੀ ਇੱਥੇ 9 ਤੇ ठीक है जी। तो कितना आना 39, ठीक ना, कितना जी 3,39,900 आ जाना साढ़े को, ठीक है। तो उस तो बाद अगे आ जाओ जी, हुण इहदे बाद साढ़े कोल क्या जी आ मैन्युफैक्चरिंग एक्सपेंसिस ते वेजिस भी हैगियां साढ़े कोल, ठीक है ना। डायरैक्ट एक्सपेंसिस मैं पहले दस इधर पानियां आपां क्या है जी टू मैन्युफैक्चरिंग एंड वेजिस किनियां बेटा 2,60,000, 2,60,000। इधर पासे की आना है साढ़े कोल बाय सेल, की आना जी बाय सेल, कितना है जी 6,76,000, किन्नी आनी जी 6,76,000, ठीक ना। हुण मैं बड़ा तुहानूं दस्सिया सीगा कि इत्थे तुसीं की पाना हैगा टू ग्रोस प्रॉफिट, की पाना टू ग्रोस प्रॉफिट। देखो ग्रोस प्रॉफिट दिता हैगा ऑन कोस्ट, की दिता है सानू ऑन कोस्ट दिता है। जे दा बेटा सेल हुंदा सीधा इहदी परसेंटेज कढ के पा देनी सी आपां, सेल दी सीधी की बात नहीं सी परसेंटेज, जे ऑन सेल हुंदा तां 6,76,000 गुणा 30/100, लेकिन हुण कोस्ट वा ते हुण बेटा साडे कोल इस तरह निकलना ग्रोस प्रॉफिट 6,76,000 दा जदों भी ऑन कोस्ट होवे 30/130 लगना, ठीक है। कितना जी 6,76,000 दा 30/130, ठीक है जी। कितना जाना बेटा ये 1,56,000, कितना जाना जी 1,56,000 इधर आ जाना साडा ये, ठीक है जी। तो इधर पासे बेटा तुसीं फिर बैलेंसिंग फिगर कर देनी है जी, किस तरह जी हमेशा इधर आऊँगे जी, जो बैलेंसिंग फिगर आनी आ वो की आनी है जी क्लोजिंग स्टॉक आना थोड़ा, वो की आना जी क्लोजिंग स्टॉक, केड़ी आनी है जी ये जी साडे कोल बैलेंसिंग फिगर आनी तुहाडे कोल ओह आनी है, ठीक है ना। किस तरह की बैलेंसिंग फिगर पता कर लो, हुण जिद्दां पहले इधरले देखो जोड़ कर देने आपां, ठीक है ना। किन्ने किन्ना है जी 1,05,300, ठीक है, प्लस 3,39,900 प्लस 2,60,000 प्लस 1,56,000, कितना आ गया इधर 8,61,200, ठीक है ना। जिहड़ा हुण 8,61,200 हो गया इधर लिख देना साडे कोल 8,61,200, ठीक है जी। तो ये असीं इधर ला लैस कर देना जिहड़ा साडे कोल आया, ठीक है ना। कितना आया जी 8,61,200 लैस 6,76,000, कितना आ गया जी 1,85,200 आ गया, ठीक है। हुण बेटा देखो ये कोई साडे कोल सेव्ड नहीं दित्ती हो, ठीक है ना। क्या जी साडे कोल क्या जी सेव्ड नहीं दित्ती हैगी, सॉरी बेटा दित्ती हो सानू जी सेल बेच दित्ती हो, मतलब किन्नी साडे कोल सेव्ड हो गई है, ठीक है ना। हुण साडे कोल 1,85,200 आ गया जिहड़ा आपां बैलेंसिंग फिगर कड्ढी आह वाली, ठीक है ना। हुण जिहड़ा बेटा साडे कोल 1,85,000 आ गया आ इहनूं असीं लिख लेना क्या जी स्टॉक ऑन डेट ऑफ फायर, स्टॉक ऑन डेट ऑफ फायर यानी कि जिस दिन अग लगी सी उस दिन कितना स्टॉक सीगा 1,85,200, ठीक है जी। तो वो बेटा देखो जो साढ़े को सेल वेज हो गया, मान लो जो साढ़े को बच गया है, ठीक है ना। तो असीं की कर देना जी लैस स्टॉक सेल वेज कितना है जी 36,000, तो जो बाकी साढ़े को बच गया बेटा हुण 9,4 1,49,000 ये आ गया साढ़े कोल लॉस ऑफ स्टॉक, ठीक है। जिहड़ा साढ़े कोल लॉस ऑफ स्टॉक आ गया तो बेटा साढ़े कोल इन्ने दा ही क्या बनना है जी इंश्योरेंस क्लेम बनना,
ਇਹ ਸੀਗਾ ਬੇਟਾ ਜਿਹੜਾ ਪਹਿਲਾ ਸਵਾਲ ਸਾਡਾ ਸਿੰਪਲ ਸੀਗਾ, ਜਿਹਦੇ ਵਿੱਚ ਕੀ ਦਿੱਤਾ ਸੀਗਾ ਜੀ ਉਹਨੇ ਤੁਹਾਨੂੰ ਗ੍ਰੋਸ ਪ੍ਰੋਫਿਟ ਰੇਸ਼ੋ ਦਿੱਤਾ ਸੀਗਾ ਤੇ ਬਾਕੀ ਤੁਸੀਂ ਕਿਹਾ ਜੀ ਲੋਸ ਆਫ ਸਟਾਕ ਦਾ ਇੰਸ਼ੋਰੈਂਸ ਕਲੇਮ ਕੱਢਣਾ ਸੀਗਾ। ਠੀਕ ਹੈ ਨਾ। ਹੁਣ ਬੇਟਾ ਇੱਕ ਤੁਹਾਨੂੰ ਮੈਂ ਸਵਾਲ ਕਰਾ ਦਿੰਦਾ ਜਿਹਦੇ ਵਿੱਚ ਸਾਡੇ ਕੋਲ ਸਟਾਕ ਦੀ ਥੋੜੀ ਐਡਜਸਟਮੈਂਟ ਵੀ ਦਿੱਤੀ ਹੋਣੀ ਹੈ। ਹਾਂਜੀ ਸਟੂਡੈਂਟ, ਹੁਣ ਆਹ ਵਾਲਾ ਕੁਐਸਚਨ ਦੇਖੋ ਤੁਸੀਂ। ਠੀਕ ਨਾ। ਇਹਦੇ ਵਿੱਚ ਕੀ ਆ, ਸਾਨੂੰ ਗ੍ਰੋਸ ਪ੍ਰੋਫਿਟ ਰੇਸ਼ੋ ਵੀ ਨਹੀਂ ਦਿੱਤਾ ਆ ਤੇ ਸਟਾਕ ਦੀ ਐਡਜਸਟਮੈਂਟ ਵੀ ਦਿੱਤੀ ਹੋਆ, ਜਿਹੜੀ ਕਈ ਸਵਾਲ ਤੁਹਾਨੂੰ ਆ ਸਕਦੀ ਆ। ਠੀਕ ਨਾ। ਦੇਖੋ ਕੀ ਕਹਿੰਦਾ ਜੀ, ਕਹਿੰਦਾ ਹੁਣ 20 ਜਨਵਰੀ ਮੇਰੀ ਬੁੱਕ ਦੇ ਵਿੱਚ ਬੇਟਾ 6 ਕੁਐਸਚਨ ਆ। ਤੁਹਾਡੀ ਬੁੱਕ ਤੇ ਵੀ ਦੇਖ ਲਿਓ ਕਿਹੜਾ ਹੈਗਾ। ਕਹਿੰਦਾ ਹੁਣ 20 ਜੂਨ 2016 ਦੀ ਗਡਾਊਨ ਹੈ ਦੀ ਬਿਜ਼ਨਸ ਪ੍ਰੀਮੀਅਮਸ ਆਫ ਦੀ ਮਰਚੈਂਟ ਵਾਜ ਇਫੈਕਟਡ ਬਾਈ ਦੀ ਫਾਇਰ ਐਂਡ ਦੀ ਫਰੋਮ ਦੀ ਕਾਊਂਟਿੰਗ ਰਿਕਾਰਡ ਸੇਲ ਵਿੱਚ ਕਹਿੰਦਾ ਫੋਲੋਇੰਗ ਇਨਫੋਰਮੇਸ਼ਨ ਮੇਡ ਅਵੇਲੇਬਲ, ਯਾਨੀ ਕਿ ਉਹਨਾਂ ਦੇ ਮਤਲਬ ਕਿੰਨਾ ਜੀ 20 ਜੂਨ 2016 ਨੂੰ। ਠੀਕ ਹੈ, ਕਿੰਨਾ ਜੀ 20 ਜੂਨ 2000। ਹਾਂਜੀ ਸਟੂਡੈਂਟ, ਹੁਣ ਆਪਣਾ ਨਾ ਮੇਰੇ ਕੋਲ 5th ਕੁਐਸਚਨ ਆ, ਜਿਹਦਾ ਪਹਿਲੇ ਕੁਐਸਚਨਾਂ ਦੇ ਵਿੱਚ ਤੁਹਾਨੂੰ ਕੀ ਦਿੱਤਾ ਹੁੰਦਾ ਸੀ, ਗ੍ਰੋਸ ਪ੍ਰੋਫਿਟ ਰੇਸ਼ੋ ਦਿੱਤਾ ਹੁੰਦਾ ਸੀਗਾ। ਠੀਕ ਹੈ ਨਾ। ਹੁਣ ਜੇ ਤੁਹਾਨੂੰ ਗ੍ਰੋਸ ਪ੍ਰੋਫਿਟ ਰੇਸ਼ੋ ਨਹੀਂ ਦਿੱਤਾ ਤਾਂ ਫਿਰ ਅਸੀਂ ਕੀ ਕਰਨਾ ਬੇਟਾ, ਸਭ ਤੋਂ ਪਹਿਲਾਂ ਆਪਾਂ ਗ੍ਰੋਸ ਪ੍ਰੋਫਿਟ ਰੇਸ਼ੋ ਫਾਈਂਡ ਕਰਨਾ। ਸਭ ਤੋਂ ਪਹਿਲਾਂ ਕੀ ਕਰਨਾ ਜੀ, ਆਪਾਂ ਗ੍ਰੋਸ ਪ੍ਰੋਫਿਟ ਰੇਸ਼ੋ ਫਾਈਂਡ ਕਰਨਾ। ਜਿੱਦਾਂ ਹੈਗਾ ਜੀ, ਕਹਿੰਦਾ ਹੁਣ 1 ਅਪ੍ਰੈਲ 2016 ਠੀਕ ਹੈ, ਐਨ ਐਕਸੀਡੈਂਟ ਫਾਇਰ ਕੰਪਲੀਟਲੀ ਡਿਸਟਰੋਏ ਦੀ ਸਟਾਕ ਆਫ ਦੀ ਛੋਟੇ ਨਵਾਬ। ਠੀਕ ਹੈ, ਔਰ ਫਰੋਮ ਦੀ ਵੇਰੀਅਸ ਰਿਕਾਰਡਡ ਅਵੇਲੇਬਲ ਫਰੋਮ ਹਿਸ ਚਾਰਟਰਡ ਅਕਾਊਂਟੈਂਟ ਦੀ ਫੋਲੋਇੰਗ ਇਨਫੋਰਮੇਸ਼ਨ ਵਾਜ਼ obtained from which you are requested to prepare the statement show the amount of claim to be lodged with the ਸ਼ਰਮਿਲਾ ਇੰਸ਼ੋਰੈਂਸ ਕੰਪਨੀ ਲਿਮਟਿਡ। ਉਹੀ ਆ ਬੇਟਾ ਕਿ 1 ਅਪ੍ਰੈਲ 2016 ਨੂੰ ਅੱਗ ਲੱਗੀ ਆ, 1 ਅਪ੍ਰੈਲ 2016 ਨੂੰ ਅੱਗ ਲੱਗੀ ਆ, ਉਹਦਾ ਡਿਸਟਰੋਏ ਮਤਲਬ ਜਿਹੜਾ ਸਟਾਕ ਸੀਗਾ ਡਿਸਟਰੋਏ ਹੋ ਗਿਆ ਸੀ, ਉਹਦਾ ਕਲੇਮ ਪਤਾ ਕਰਨਾ ਹੈ। ਠੀਕ ਨਾ। ਹੁਣ ਇਹ 'ਚ ਦੇਖੋ ਸਾਨੂੰ ਕੀ ਆ ਜੀ, ਅੱਗ ਲੱਗੀ ਹੈਗੀ 2016 ਦੇ ਵਿੱਚ, 2016 ਦੇ ਵਿੱਚ। ਇਹਦਾ ਮਤਲਬ ਸਾਨੂੰ 15 ਦਾ ਗ੍ਰੋਸ ਪ੍ਰੋਫਿਟ ਰੇਸ਼ੋ ਪਤਾ ਹੋਣਾ ਚਾਹੀਦਾ ਪਿਛਲੇ ਸਾਲ ਦਾ, ਉਹ ਆਪਾਂ ਇੱਥੇ ਲਾਣਾ। ਪਰ ਸਾਨੂੰ ਗ੍ਰੋਸ ਪ੍ਰੋਫਿਟ ਰੇਸ਼ੋ ਦਿੱਤਾ ਨਹੀਂ ਹੈਗਾ, ਨਹੀਂ ਦਿੱਤਾ ਨਾ। ਇਸ ਕਰਕੇ ਜਦੋਂ ਉਹਦੇ ਵਿੱਚ ਆਪਾਂ ਪਹਿਲੇ ਵੀ ਇਕੱਲਾ ਮੈਮੋਰੈਂਡਮ ਟ੍ਰੇਡਿੰਗ ਅਕਾਊਂਟ ਬਣਾਉਂਦੇ ਹੁੰਦੇ ਸੀ ਨਾ, ਇਹਦੇ ਵਿੱਚ ਸਾਨੂੰ 2 ਅਕਾਊਂਟ ਬਣਾਉਣੇ ਪੈਣੇ ਆ। ਠੀਕ ਨਾ। ਇੱਕ ਕਿਹੜਾ ਬਣਾਉਣਾ ਜੀ, ਪਹਿਲੇ ਨੰਬਰ ਤੇ ਬਣਾਉਣਾ ਹੈਗਾ ਆਪਾਂ ਟ੍ਰੇਡਿੰਗ ਅਕਾਊਂਟ ਫੋਰ ਐਂਡਿੰਗ ਈਅਰ। ਠੀਕ ਆ, ਕਿਹੜਾ ਬਣਾਉਣਾ ਜੀ, ਫॉर एंडिंग ईयर कितना है जी 31 12 15 ਲਈ। ਕਿੰਨੇ ਲਈ ਜੀ 31 12 15 ਦੇ ਲਈ, ਯਾਨੀ ਕਿ ਇਹਦੇ ਵਿੱਚ ਪਿਛਲੇ ਸਾਲ ਦੀਆਂ ਤੁਸੀਂ ਐਂਟਰੀਆਂ ਪਾਉਣੀਆਂ, ਜਿਹੜਾ ਸਾਡੇ ਕੋਲ ਕਿਹਾ ਜੀ ਪਿਛਲੇ ਸਾਲ ਦਾ ਰਿਕਾਰਡ ਸੀਗਾ। ਠੀਕ ਹੈ। ਜਿੱਦਾਂ ਪਿਛਲੇ ਸਾਲ ਦਾ ਕਿਹਾ ਜੀ, ਯਾਨੀ ਕਿ ਜੇ ਸਾਲ ਅੱਗ ਲੱਗੀ ਹੈ ਨਾ ਉਸ ਸਾਲ ਦਾ ਰਿਕਾਰਡ ਨਹੀਂ ਪਾਉਣਾ, ਉਹ ਤੋਂ ਪਿਛਲੇ ਸਾਲ ਦਾ। ਯਾਨੀ ਕਿ ਹੁਣ 1 ਜਨਵਰੀ 2015 ਨੂੰ ਸਾਨੂੰ ਕੀ ਦਿੱਤਾ ਜੀ, ਨਹੀਂ ਓਪਨਿੰਗ ਸਟਾਕ ਦਿੱਤਾ ਆ, ਟੂ ਓਪਨਿੰਗ ਸਟਾਕ ਕਿੰਨਾ ਜੀ 4,50,000। ਠੀਕ ਹੈ ਜੀ। ਫਿਰ ਅੱਗੇ ਕੀ ਹੈ ਜੀ, ਆ 1 ਜਨਵਰੀ 2016 ਦਾ, 16 ਦਾ ਮਤਲਬ ਜਿਸ ਸਾਲ ਅੱਗ ਲੱਗੀ ਉਸ ਸਾਲ ਦਾ ਓਪਨਿੰਗ ਆ। ਇਹਦਾ ਮਤਲਬ ਜੇ ਇਸ ਸਾਲ ਦਾ ਓਪਨਿੰਗ ਆ ਤਾਂ 15 ਦਾ ਕੀ ਹੋਣਾ ਜੀ ਕਲੋਜ਼ਿੰਗ, ਬਾਏ ਕਲੋਜ਼ਿੰਗ ਸਟਾਕ ਕਿੰਨਾ ਹੈ ਜੀ 5,50,000। ਠੀਕ ਹੈ ਜੀ। ਉਸ ਤੋਂ ਬਾਅਦ ਜੀ ਸਾਡੇ ਕੋਲ ਪਰਚੇਜ਼ ਹੈਗਾ ਆ 2015 ਦਾ, ਟੂ ਪਰਚੇਜ਼। ਜੇ ਇਸ ਸਾਲ ਦੀ ਕੋਈ ਐਡਜਸਟਮੈਂਟ ਹੋਵੇ, ਜਿੱਦਾਂ ਹੁਣ 16 ਦੀ ਹੈ, 16 ਚ ਐਡਜਸਟਮੈਂਟ ਪੈਣੀ 50,000 ਦੀ, ਉਹ ਨਹੀਂ ਕਿਤੇ ਪੈਣੀ ਹੈ। ਯਾਨੀ ਕਿ 15 ਕੁਛ ਵੀ ਨਹੀਂ, ਪਰਚੇਜ਼ ਪਾ ਦਿਓ ਪਹਿਲਾਂ ਕਿੰਨਾ ਜੀ 12,92,500। ਠੀਕ ਹੈ ਜੀ। ਉਸ ਤੋਂ ਬਾਅਦ ਜੀ ਸੇਲ ਦਿੱਤੀ ਉਹ ਆਪਾਂ 15 ਦੀ ਪਾਣੀ ਆ ਜੀ, ਬਾਏ ਸੇਲ ਕਿੰਨੀ ਆ ਜੀ 17 ਲੱਖ। ਇਹ ਕਿੰਨੀ ਆ ਜੀ 17 ਲੱਖ। ਉਸ ਤੋਂ ਬਾਅਦ ਬੇਟਾ ਹੈਗਾ ਸਾਡੇ ਕੋਲ ਮੈਨੂਫੈਕਚਰਿੰਗ ਐਕਸਪੈਂਸਿਸ ਆ, ਮੈਨੂਫੈਕਚਰਿੰਗ ਐਕਸਪੈਂਸਿਸ ਕਿੰਨੀਆਂ ਹੈ ਜੀ 2,10,000। ਕਿੰਨਾ ਹੈ ਜੀ 2,10,000। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਬੇਟਾ ਆਪਾਂ ਇਹਨੂੰ ਸੋਲਵ ਕਰ ਲੈਣਾ। ਹੁਣ ਸਾਡੇ ਕੋਲ ਹੋਰ ਤਾਂ ਕੋਈ ਚੀਜ਼ ਹੈ ਨਹੀਂ ਗੀ, ਇਸ ਚੀਜ਼ ਨੂੰ ਫਾਈਂਡ ਕਰਕੇ ਅਸੀਂ ਦੇਖ ਲੈਣਾ ਸਾਡੇ ਕੋਲ ਗ੍ਰੋਸ ਪ੍ਰੋਫਿਟ ਕਿੰਨਾ ਆਇਆ। ਠੀਕ ਹੈ ਨਾ। ਜਿੱਦਾਂ ਕਿਹਾ ਜੀ 2 ਗ੍ਰੋਸ ਪ੍ਰੋਫਿਟ ਕਿੰਨਾ ਆਣਾ ਸਾਡੇ ਕੋਲ, ਇੱਧਰਲੇ ਜੋੜ ਕੇ ਇਹ ਕਿੰਨਾ ਆਣਾ ਜੀ 22,50,000। ਠੀਕ ਹੈ ਜੀ। 22,50,000 ਦੇ ਵਿੱਚੋਂ ਕਿਹਾ ਜੀ 22,50,000 ਦੇ ਵਿੱਚੋਂ ਆਹ ਵਾਲੀਆਂ ਸਾਰੀਆਂ ਘਟਾ ਕੇ ਸਾਡੇ ਕੋਲ ਆ ਜਾਣਾ 2,97,500।
ਕਿੰਨਾ ਆ ਗਿਆ ਜੀ 2,97,500। ਤੇ ਬੇਟਾ ਅਸੀਂ ਕੀ ਕਰ ਲੈਣਾ ਜੀ ਗ੍ਰੋਸ ਪ੍ਰੋਫਿਟ ਰੇਸ਼ੋ ਫੋਰ 2015 ਲਈ ਫਾਈਂਡ ਕਰ ਲੈਣਾ। ਕਿਉਂ ਕਿੱਦਾਂ ਆਉਣਾ ਹੁੰਦਾ ਜੀ ਗ੍ਰੋਸ ਪ੍ਰੋਫਿਟ ਬਟਾ ਸੇਲ ਇਨਟੂ 100। ਗ੍ਰੋਸ ਪ੍ਰੋਫਿਟ ਕਿੰਨਾ ਹੈ 2,97,500 ਬਟਾ ਕਿੰਨਾ ਹੈ ਜੀ 17 ਲੱਖ ਗੁਣਾ 100। ਤਾਂ ਇਹ ਆ ਜਾਣਾ ਸੋਲਵ ਕਰਕੇ ਬੇਟਾ ਸਾਡੇ ਕੋਲ 17.5% ਆ ਜਾਣਾ। ਕਿੰਨਾ ਜਾਣਾ ਜੀ 17.5%। ਠੀਕ ਨਾ। ਹੁਣ ਬੇਟਾ ਅਸੀਂ ਕੀ ਕਰਨਾ ਹੁਣ ਅਸੀਂ ਜਿਹਦਾ ਗ੍ਰੋਸ ਪ੍ਰੋਫਿਟ ਸਾਨੂੰ ਰੇਸ਼ੋ ਪਤਾ ਲੱਗ ਗਿਆ। ਠੀਕ ਹੈ ਨਾ। ਜੇ ਸਾਨੂੰ ਗ੍ਰੋਸ ਪ੍ਰੋਫਿਟ ਰੇਸ਼ੋ ਪਤਾ ਹੋਵੇ ਆਪਾਂ ਕਿਹੜਾ ਬਣਾਉਂਦੇ ਹੁੰਦੇ ਆ ਮੈਮੋਰੈਂਡਮ ਟ੍ਰੇਡਿੰਗ ਅਕਾਊਂਟ ਬਣਾਉਂਦੇ ਹੁੰਦੇ ਆ। ਕੀ ਬਣਾਉਂਦੇ ਹੁੰਦੇ ਮੈਮੋਰੈਂਡਮ ਟ੍ਰੇਡਿੰਗ ਅਕਾਊਂਟ। ਹੁਣ ਅਸੀਂ ਬਣਾਉਣਾ ਆ ਕਿਆ ਬਣਾਉਣਾ ਹੈ ਜੀ ਮੈਮੋਰੈਂਡਮ ਟ੍ਰੇਡਿੰਗ ਅਕਾਊਂਟ। ਠੀਕ ਹੈ ਜੀ। ਜਿਹੜਾ ਮੈਮੋਰੈਂਡਮ ਟ੍ਰੇਡਿੰਗ ਅਕਾਊਂਟ ਆ ਬੇਟਾ ਇਹ ਅਸੀਂ ਕਿਹਲੇ ਬਣਾਉਣਾ ਜੀ ਫੋਰ ਐਂਡ ਕਿੰਨਾ ਹੈ ਜੀ 31/3/16 ਕਰਕੇ 1 ਅਪ੍ਰੈਲ ਨੂੰ ਅੱਗ ਲੱਗੀ ਹੈ ਨਾ 31/3/16 ਤੱਕ ਮਤਲਬ 3 ਮੰਥ ਦਾ ਬਣਾਉਣਾ ਆਪਾਂ। ਕਿੰਨੇ ਦਾ ਬਣਾਉਣਾ ਜੀ 3 ਮੰਥ ਦਾ। ਠੀਕ ਹੈ ਨਾ। ਮੈਮੋਰੈਂਡਮ ਜਿਹੜਾ ਟ੍ਰੇਡਿੰਗ ਅਕਾਊਂਟ ਆ ਸਾਡੇ ਕੋਲ ਹੁਣ ਅਸੀਂ ਮੈਮੋਰੈਂਡਮ ਟ੍ਰੇਡਿੰਗ ਅਕਾਊਂਟ ਦੀਆਂ ਪਤਾ ਨਹੀਂ ਜਿਹੜੀ ਐਡਜਸਟਮੈਂਟ ਆ। ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਹੋਣਾ ਬੇਟਾ ਸਿੰਪਲ ਜਿਹੀ ਗੱਲ ਆ ਜਿਹੜਾ ਸਾਡੇ ਕੋਲ ਹੁਣ ਦੇਖੋ ਬੇਟਾ ਮੈਮੋਰੈਂਡਮ ਕੋਲ ਹੁਣ ਬੇਟਾ ਥੋੜਾ ਬਹੁਤਾ ਨਾ ਆਪਣੀ ਬੁੱਕ ਤੋਂ ਵੀ ਕੁਐਸਚਨ ਨਾਲੇ ਨਾਲ ਦੇਖੀ ਆ। ਠੀਕ ਨਾ। ਦੇਖੋ ਬੇਟਾ ਜਿਹੜਾ ਪਿਛਲੇ ਸਾਲ ਦਾ ਕਲੋਜਿੰਗ ਸਟਾਕ ਸੀਗਾ 5,50,000। ਠੀਕ ਹੈ ਨਾ। ਉਹ ਸਾਡਾ ਕੀ ਹੋਣਾ ਜੀ ਇਸ ਸਾਲ ਦਾ 16 ਦਾ ਕੀ ਹੋਣਾ ਜੀ ਓਪਨਿੰਗ ਸਟਾਕ ਟੂ ਓਪਨਿੰਗ ਸਟਾਕ ਕਿੰਨਾ ਹੈ ਜੀ 5,50,000। ਠੀਕ ਹੈ। ਕਿੰਨਾ ਹੋਣਾ ਜੀ 5,50,000। ਠੀਕ ਨਾ। ਤੇ ਫਿਰ ਸਾਨੂੰ ਇਸ ਸਾਲ ਦੀ ਪਰਚੇਜ ਵੀ ਦਿੱਤੀ ਹੋਆ ਪਰਚੇਜ ਦੀ ਇੱਕ ਐਡਜਸਟਮੈਂਟ ਦਿੱਤੀ ਹੋ ਬੇਟਾ ਸਾਨੂੰ ਦੇਖੋ ਆ ਕੁਐਸਚਨ ਦੇ ਵਿੱਚ ਕੀ ਕਹਿੰਦਾ ਹੈ। ਠੀਕ ਨਾ। ਜਿਹੜੀ ਸਾਨੂੰ ਇਸ ਸਾਲ ਦੀ ਪਰਚੇਜ ਦਿੱਤੀ ਹੋ ਆ ਉਹ ਕਿੰਨੀ ਦਿੱਤੀ ਹੋ ਜੀ ਦੇਖੋ ਉਹ ਦਿੱਤੀ ਹੋ 6 ਲੱਖ। ਕਿੰਨੀ ਦਿੱਤੀ ਹੋ ਜੀ 6 ਲੱਖ। ਠੀਕ ਨਾ। ਤੇ ਨਾਲ ਬੇਟਾ ਥੱਲੇ ਇੱਕ ਉਹਨੀ ਐਡਜਸਟਮੈਂਟ ਦਿੱਤੀ ਹੋ ਆ ਕਹਿੰਦਾ ਇਹਨੇ ਫਰਵਰੀ 2016 ਗੁੱਡਸ ਵੈਲਿਊ ਐਡਡ ਸੇਲ ਇਹ ਸੇਲ ਪ੍ਰਾਈਸ ਤੇ ਆ 50,000। ਠੀਕ ਨਾ। ਬਟ ਡਿਸਟਰੀਬਿਊਟਡ ਐਜ਼ ਏ ਫ੍ਰੀ ਸੈਂਪਲ ਕਹਿੰਦਾ ਐਜ਼ ਏ ਫ੍ਰੀ ਸੈਂਪਲ ਅਸੀਂ ਕਹਿ ਜੀ ਉਹ ਵੰਡੇ ਆ। ਇਹਦਾ ਮਤਲਬ ਬੇਟਾ ਜਿਹੜੀ ਸਾਡੇ ਕੋਲ ਪਰਚੇਜ ਕਿੰਨੇ ਦੀ ਸੀਗੀ ਜੀ 6 ਲੱਖ ਦੀ ਸੀਗੀ। ਠੀਕ ਨਾ। ਉਹਦੇ ਵਿੱਚੋਂ ਅਸੀਂ ਕੀ ਕਰਨਾ ਜੀ ਲੈਸ ਜਿਹੜੇ ਫ੍ਰੀ ਸੈਂਪਲ ਆ ਕਿਹੜੇ ਆ ਜੀ ਫ੍ਰੀ ਸੈਂਪਲ। ਹੁਣ ਬੇਟਾ ਸੈਂਪਲ ਤਾਂ ਹੈਗੇ ਸਾਡੇ ਕੋਲ ਸੇਲ ਪ੍ਰਾਈਸ ਤੇ 50,000 ਦੇ ਹਨਾ। ਅਸੀਂ ਇਹਦੇ ਵਿੱਚੋਂ ਇਹਦਾ ਗ੍ਰੋਸ ਪ੍ਰੋਫਿਟ ਘਟਾ ਕੇ 17.5% ਕਿੰਨਾ ਜੀ 17.5%। ਠੀਕ ਨਾ। ਤੁਸੀਂ ਇਸ ਤਰ੍ਹਾਂ ਕੱਢ ਦੇਣਾ ਦੇਖੋ ਪਹਿਲਾਂ ਇਦਾਂ ਆ ਜਾਣਾ ਸਾਡਾ ਕਰਕੇ ਪਿਛਲੇ ਸਾਲ ਦਾ ਗ੍ਰੋਸ ਪ੍ਰੋਫਿਟ 17.5% ਸੀਗਾ ਨਾ ਸੇਲ ਤੇ ਸਾਡੇ ਕੋਲ ਸੇਲ ਪ੍ਰਾਈਸ ਆ ਸਾਡੇ ਕੋਲ ਕਿਹਾ ਜੀ ਇਹ ਸੇਲ ਪ੍ਰਾਈਸ ਜਿਹਦਾ ਕਿੰਨਾ ਹੈ ਜੀ 50,000 ਆ ਬੜਾ ਲੈਸ 17.5। ਠੀਕ ਹੈ ਜੀ। ਤੇ ਤੁਸੀਂ ਪਰਸੈਂਟੇਜ ਜਿਹੜਾ ਬਟਨ ਦਬਾ ਦੇਣਾ ਕਿੰਨਾ ਜਾਣਾ ਜੀ 41,250। ਕਿੰਨਾ ਜਾਣਾ ਜੀ 41,250 ਅਸੀਂ ਕਿਹਾ ਜੀ ਇੱਥੇ ਪਾਣਾ ਹੈਗਾ ਇਹਦੇ ਵਿੱਚ। ਠੀਕ ਨਾ। ਇਹ ਚ ਲੈਸ ਕਰ ਦੇਣਾ ਕਿੰਨਾ ਕਰ ਦੇਣਾ ਜੀ 41,250। ਠੀਕ ਨਾ। ਔਰ 41,250 ਲੈਸ ਕਰਕੇ ਸਾਡੇ ਕੋਲ ਕਿੰਨਾ ਜਾਣਾ ਜੀ ਇਹ 5,58,750 5,58,750। ਠੀਕ ਹੈ ਜੀ। ਹੁਣ ਇਸੇ ਤਰ੍ਹਾਂ ਇੱਧਰ ਪਾਸੇ ਆਪਾਂ ਕੀ ਪਾ ਦੇਣੀ ਜੀ ਬਾਏ ਸੇਲ। ਉਹ ਸੇਲ ਦੇਖੋ ਤੁਹਾਨੂੰ ਕੁਐਸਚਨ ਦੇ ਵਿੱਚ ਦਿੱਤੀ ਹੋ ਨਾ 10 ਲੱਖ ਦੀ ਸੇਲ ਦਿੱਤੀ ਹੋ ਸਾਨੂੰ ਇਹਦੇ ਕੁਐਸਚਨ ਦੇ ਵਿੱਚ ਕੀ ਦਿੱਤੀ ਹੋ ਜੀ ਆ ਦੇਖੋ ਕਿੰਨੇ ਦਿੱਤੀ ਹੋ ਸਾਨੂੰ ਸੇਲ ਕਿੰਨੇ ਦਿੱਤੀ ਹੋ ਜੀ 10 ਲੱਖ। ਯਾਨੀ ਕਿ ਕਿਹਾ ਜੀ ਕਿਆ ਕਹਿੰਦਾ ਜੀ ਪੀਰੀਅਡ ਅਪ ਟੂ ਦੀ ਡੇਟ ਆਫ ਦੀ ਫਾਇਰ ਯਾਨੀ ਕਿ ਜਿਹੜੀ ਆਹ ਸੇਲ ਸੀਗੀ 15 ਦੀ ਸੀਗੀ ਆਹ ਸੀਗੀ ਜਦੋਂ ਅੱਗ ਲੱਗੀ ਉਸ ਤੱਕ ਦੀ ਕਿੰਨੀ ਆ ਜੀ 10 ਲੱਖ ਦੀ। ਠੀਕ ਹੈ ਜੀ। ਉਸ ਤੋਂ ਬਾਅਦ ਬੇਟਾ ਕੀ ਹੈ ਜੀ ਹੁਣ ਸਾਡੇ ਕੋਲ ਅੱਗੇ ਕੀ ਪਾਣਾ ਹੈਗਾ ਸਾਡੇ ਕੋਲ ਦੇਖੋ ਉੱਪਰ ਆਹ ਚੀਜ਼ ਲਿਖੀ ਸੀ ਉਹਨੇ ਕੀ ਕਹਿੰਦਾ ਜੀ ਕਹਿੰਦਾ ਮੈਨੂਫੈਕਚਰਿੰਗ ਵਰ ਨੋਰਮਲੀ ਫਾਊਂਡ ਟੂ ਬੀ ਕੌਂਸਟੈਂਟ ਕਹਿੰਦਾ ਕੌਂਸਟੈਂਟ ਆ ਜਿਹੜੀਆਂ ਸਾਡੀਆਂ
ਮੈਨੂਫੈਕਚਰਿੰਗ ਐਕਸਪੈਂਸਿਸ ਆ, ਠੀਕ ਹੈ, ਜਿਹੜੀਆਂ ਕਿਹਾ ਜੀ ਮੈਨੂਫੈਕਚਰਿੰਗ ਐਕਸਪੈਂਸਿਸ ਆ ਨਾਰਮਲੀ ਕਿਹਾ ਜੀ ਕੌਨਸਟੈਂਟ ਆ, ਮਤਲਬ ਪੂਰੇ ਸਾਲ ਲਈ। ਯਾਨੀ ਕਿ ਅਸੀਂ ਪਹਿਲੇ 2 ਸਾਲ ਦੀਆਂ, ਪੂਰੇ ਸਾਲ ਦੀ ਕਿੰਨੀ ਸੀਗੀ 2,10,000, ਕਿੰਨੀ ਸੀਗੀ 2,10,000। ਹੁਣ ਆਪਾਂ ਕਿੰਨੇ ਦੀ ਪਾਣੀ ਆ 3 ਮਹੀਨੇ ਦੀ ਪਾਣੀ। ਕਿੰਨੇ ਦੀ ਪਾਣੀ ਹੈ ਜੀ 3 ਮਹੀਨੇ ਦੀ, ਠੀਕ ਹੈ ਨਾ। ਤੇ ਆਪਾਂ ਕਿਹਾ ਜੀ ਇਹ ਵਾਲੀਆਂ ਪਾ ਦੇਣੀਆਂ। ਹੁਣ ਕਿੰਨੀਆਂ ਪੈਣੀਆਂ ਸਾਡੇ ਕੋਲ ਜੀ 2 ਮੈਨੂਫੈਕਚਰਿੰਗ ਐਕਸਪੈਂਸਿਸ ਕਿੰਨਾ ਹੈ ਜੀ 2,10,000 ਦਾ 3/12 ਕਿੰਨਾ ਜੀ 2,10,000 ਦਾ 3/12 ਕਿੰਨਾ ਆ ਜਾਣਾ ਬੇਟਾ? ਇਹ ਆ ਜਾਣਾ ਹੈਗਾ ਸਾਡੇ ਕੋਲ 52,500। ਕਿੰਨਾ ਨੇ 52,500। ਤੇ ਬਸ ਬਾਕੀ ਚੀਜ਼ਾਂ ਪਾਤੀਆਂ। ਹੁਣ ਆਪਾਂ ਪਾ ਦੇਣਾ ਹੈਗਾ ਟੂ ਗ੍ਰੋਸ ਪ੍ਰੋਫਿਟ। ਔਰ ਗ੍ਰੋਸ ਪ੍ਰੋਫਿਟ ਕਿੰਨਾ ਹੈ ਜੀ 17.5% ਆਪਾਂ ਕੱਢਿਆ ਹੈ ਉੱਪਰ। ਜਿਹੜਾ ਗ੍ਰੋਸ ਪ੍ਰੋਫਿਟ ਰੇਟ ਆਇਆ ਸੀ ਕਿੰਨਾ ਸੀ 17.5%। ਕਿਹਦਾ ਪਾਣਾ ਆਪਾਂ? ਸੇਲ ਦਾ। ਸੇਲ ਕਿੰਨੀ ਆ 10 ਲੱਖ। 10 ਲੱਖ ਦਾ 17.5% ਕਿੰਨਾ ਆਣਾ ਜੀ 1,75,000। ਕਿੰਨਾ ਜਾਣਾ 1,75,000। ਔਰ ਜਦੋਂ 1,75,000 ਆ ਗਿਆ ਫਿਰ ਅਸੀਂ ਕੀ ਪਾ ਦੇਣਾ ਹੈਗਾ ਜੀ ਬਾਏ ਕਲੋजिंग ਸਟਾਕ। ਕੀ ਪਾ ਦੇਣਾ ਬਾਏ ਕਲੋजिंग ਸਟਾਕ। ਹੁਣ ਕਲੋजिंग ਸਟਾਕ ਕਿੰਨਾ ਆਣਾ ਜੀ ਉਹੀ ਪਹਿਲਾਂ ਨੂੰ ਇੱਧਰਲੇ ਬੈਲੈਂਸ ਕਰ ਲਓ। ਪਹਿਲਾਂ ਕਿੰਨਾ ਜੀ 5,50,000 ਜਮਾ 5,58,750 ਸੌਰੀ 5,50,000 ਪਲੱਸ 5,58,750 ਠੀਕ ਹੈ ਜੀ। ਤੇ ਪਲੱਸ ਜੀ 52,500 ਤੇ ਪਲੱਸ ਜੀ 1,75,000। ਆ ਲਓ ਜੀ ਕਿੰਨਾ ਆ ਗਿਆ ਜੀ 13,36,250। ਇਹ ਸਾਡਾ ਇੱਧਰਲਾ ਆ ਗਿਆ ਜੋੜੀ 13,36,250 ਤੇ ਜੋ 10 ਲੱਖ ਲੈਸ ਕਰ ਦੇਣਾ। ਜਿਹੜਾ ਸੇਲ ਆ ਬੈਲਸਿੰਗ ਫਿਗਰ ਤਾਂ ਤਦੇ ਆਣੀ ਆ ਸਾਡੇ ਕੋਲ। ਕਿੰਨਾ ਆਣਾ ਜੀ ਇਹ 10 ਲੱਖ ਘਟਾ ਕੇ 13 ਲੱਖ ਚੋਂ 3,36,250 ਆ ਜਾਣਾ। ਕਿੰਨਾ ਜੀ 10,36,250। ਇਹ ਬੇਟਾ ਆ ਗਿਆ ਸਾਡਾ ਸਟਾਕ ਔਨ ਡੇਟ ਆਫ ਫਾਇਰ। ਕੀ ਆ ਗਿਆ ਜੀ ਸਟਾਕ ਔਨ ਡੇਟ ਆਫ ਫਾਇਰ, ਠੀਕ ਨਾ। ਹੁਣ ਆਪਾਂ ਅੱਗੇ ਕੀ ਕਰਨਾ ਜੀ ਇੰਸ਼ੋਰੈਂਸ ਕਲੇਮ ਕਰਨਾ। ਕੀ ਕਰਨਾ ਜੀ ਇੰਸ਼ੋਰੈਂਸ ਕਲੇਮ। ਉਹ ਕਿੱਦਾਂ ਆਣਾ ਜੀ ਪਹਿਲਾਂ ਆਪਾਂ ਲਿਖ ਲੈਣਾ ਇਹਦੇ ਵਿੱਚ ਕਿਆ ਜੀ ਸਟਾਕ ਔਨ ਡੇਟ ਆਫ ਫਾਇਰ ਕਿੰਨਾ ਜੀ 3,36,250 ਤੇ ਲੈਸ ਬੇਟਾ ਇਹਦੇ ਵਿੱਚੋਂ ਸਟਾਕ ਸੇਲ ਵਿੱਚ ਯਾਨੀ ਕਿ ਜਿਹੜਾ ਸੇਵਡ ਹੋ ਗਿਆ ਸਾਡਾ ਸੇਵਡ ਹੋ ਗਿਆ ਬੇਟਾ ਇਹਦੇ ਵਿੱਚ ਸਾਡੇ ਕੋਲ 70,000 ਦਿੱਤਾ ਹੈ ਨਹੀਂ ਤੇ ਲੈਸ ਕਰ ਦੇਣਾ। ਇਹ ਸਾਡੇ ਕੋਲ ਆ ਜਾਣਾ ਲੋਸ ਆਫ ਸਟਾਕ ਘਟਾ ਕੇ ਕਿੰਨਾ ਜੀ 2,66,250 ਠੀਕ ਨਾ। ਹੁਣ ਬੇਟਾ ਇਹ ਤੁਹਾਡਾ ਇੱਕ ਕੁਐਸਚਨ ਹੋ ਗਿਆ ਜਿਹਦੇ ਵਿੱਚ ਸਾਨੂੰ ਗ੍ਰੋਸ ਪ੍ਰੋਫਿਟ ਰੇਸ਼ੋ ਨਹੀਂ ਦਿੱਤਾ ਹੋਣਾ ਤੇ ਪਹਿਲਾ ਜਿਹੜਾ ਸਵਾਲ ਸੀ ਉਹ ਮੈਂ ਕਰਵਾਇਆ ਸੀਗਾ ਜਿਹਦੇ ਵਿੱਚ ਗ੍ਰੋਸ ਪ੍ਰੋਫਿਟ ਰੇਸ਼ੋ ਸਾਨੂੰ ਦਿੱਤਾ ਆ, ਠੀਕ ਨਾ। ਹੁਣ ਬੇਟਾ ਇਹਦੇ ਨਾਲ ਦਾ ਇੱਕ ਸਵਾਲ ਮੈਂ ਅੱਗੇ ਕਰਾਉਣਾ ਆ ਜਿਹਦੇ ਵਿੱਚ ਕੁਝ ਚੀਜ਼ਾਂ ਸਾਡੇ ਕੋਲ ਕਹਿ ਜੀ ਅਬਨੋਰਮਲ ਹੋਣੀਆਂ, ਮਤਲਬ ਕਹਿ ਜੀ ਥੋੜੀਆਂ ਬਹੁਤੀਆਂ ਟੁੱਟ ਭੱਜ ਦੇ ਵਿੱਚ ਹੋਣੀਆਂ, ਸਕ੍ਰੈਪ ਦੇ ਵਿੱਚ ਹੋਣੀਆਂ। ਉਹਨਾਂ ਦਾ ਆਪਾਂ ਅਲੱਗ ਕਾਊਂਟ ਕਰਨਾ, ਦੂਜਿਆਂ ਦਾ ਆਪਾਂ ਅਲੱਗ ਕਾਊਂਟ, ਠੀਕ ਨਾ। ਹੁਣ ਬੇਟਾ ਅਗਲਾ ਕੁਐਸਚਨ ਦੇਖੋ ਜੀ। ਹੁਣ ਬੇਟਾ ਅੱਗੇ ਸਵਾਲ ਕਰਨੇ ਹੈਗੇ ਆ ਕਿ ਜਦੋਂ ਨਾ ਸਾਡੇ ਕੋਲ ਕੁਝ ਅਬਨੋਰਮਲ ਆਈਟਮਾਂ ਅਵੇਲੇਬਲ ਹੋਣਗੀਆਂ ਸਾਡੇ ਕੋਲ ਅਕਾਊਂਟ ਦੇ ਵਿੱਚ, ਠੀਕ ਹੈ ਨਾ। ਤਾਂ ਇਹਦੇ ਵਿੱਚ ਕੀ ਹੈ ਬੇਟਾ ਇਹਦੇ ਵਿੱਚ ਸਾਨੂੰ ਦੇਖੋ ਗ੍ਰੋਸ ਪ੍ਰੋਫਿਟ ਰੇਸ਼ੋ ਦਿੱਤਾ ਨਹੀਂ ਹੈਗਾ। ਪਹਿਲਾਂ ਤਾਂ ਅਸੀਂ ਉਹੀ ਬਣਾਉਣਾ ਜੀ ਟਰੇਡਿੰਗ ਅਕਾਊਂਟ। ਪਹਿਲਾਂ ਕੀ ਬਣਾਉਣਾ ਜੀ ਟਰੇਡਿੰਗ ਅਕਾਊਂਟ ਬਣਾਉਣਾ ਹੈ ਕਰਕੇ ਅੱਗ ਕਿੱਦਣ ਲੱਗੀ ਹੈ ਜੀ 30 ਸਤੰਬਰ 2016 ਨੂੰ। ਸਟਾਪ ਆਫ ਦੀ ਫਾਇਰ ਪ੍ਰਾਇਰੀ ਬਾਰ ਦੀ ਲੋਸਟ ਇਨ ਦੀ ਫਾਇਰ ਐਕਸੀਡੈਂਟ, ਠੀਕ ਆ। ਫਰੋਮ ਦੀ ਅਵੇਲੇਬਲ ਰਿਕਾਰਡ ਆ ਸਾਨੂੰ ਸਾਰਾ ਉਹਨੇ ਰਿਕਾਰਡ ਦਿੱਤਾ ਆ, ਠੀਕ ਨਾ। ਤੇ ਇਸ ਰਿਕਾਰਡ ਦੇ ਵਿੱਚ ਨੇ ਕਿਹਾ ਆ ਕਹਿੰਦਾ ਇਨ ਆ ਬਾਕੀ ਸਾਰਾ ਕੁਝ ਦਿੱਤਾ ਓਪਨਿੰਗ ਕਲੋजिंग ਪਰਚੇਜ਼ ਸੇਲ ਜਿੱਦਣ ਅੱਗ ਲੱਗੀ ਉਦਣ ਦੀ ਸੇਲ ਪਰਚੇਜ਼ ਵੀ ਦਿੱਤੀ ਹੋਆ, ਠੀਕ ਨਾ। ਕਹਿੰਦਾ ਇਨ ਵੈਲਿਊਇੰਗ ਸਟਾਕ ਆਫ 31/3/2016 ਯਾਨੀ ਕਿ ਜਿਹੜਾ ਆਹ ਵਾਲਾ ਸਟਾਕ ਆ 52,000। ਕੀ ਕਹਿੰਦਾ ਪਿਆ ਜੀ ਡਿਊ ਟੂ ਕਹਿੰਦਾ ਆਫਸਲੈਂਸ 50% ਆਫ ਦੀ ਵੈਲਿਊ ਆਫ ਦੀ ਸਟਾਕ ਵਿਚ ਓਰੀਜਨਲੀ ਕੋਸਟ ਕਿੰਨੀ 6,000 ਹੈਜ਼ ਵੀ ਰਿਟਨ ਆਫ, ਯਾਨੀ ਕਿ ਜਿਹਦੀ ਕਹਿੰਦਾ ਵੈਲਿਊ 6,000 ਸੀਗੀ, ਵੈਲਿਊ ਕਿੰਨੀ ਸੀਗੀ 6,000, ਉਹਦੀ ਆਪਾਂ 50% ਰਿਟਨ ਆਫ ਕਰਕੇ ਯਾਨੀ ਕਿ 50% ਘਟਾ ਕੇ ਬਾਕੀ ਪਾਈਏ ਉਹਦੀ ਵੈਲਿਊ ਕਿੰਨੀ ਪਾਈਏ ਜੀ
50% घटा के बाकी ਉਹਦੀ वैल्यू ਆਪਾਂ ਪਾਈ ਹੋ यानी कि 3000 वैल्यू सिर्फ काउंट ਕੀਤੀ ਹੋ। ठीक है ना। ਹੁਣ बेटा इन मई 2016 ਇਹ ਉੱਥੇ ਮੈਨਾਂ ਜਦੋਂ ਆਪਾਂ ਮੈਮੋਰੈਂਡਮ ਟ੍ਰੇਡਿੰਗ ਅਕਾਊਂਟ ਬਣਾਉਣਾ। ਇੱਥੇ ਤੱਕ ਪਹਿਲਾਂ ਆਪਾਂ ਟ੍ਰੇਡਿੰਗ ਅਕਾਊਂਟ ਬਣਾਉਣਾ। ठीक है ना। ਕੀ ਬਣਾਉਣਾ ਜੀ ਆਪਾਂ ਟ੍ਰੇਡਿੰਗ ਅਕਾਊਂਟ ਬਣਾਉਣਾ ਆ। ਹੁਣ ਅਸੀਂ ਕਿਹਦੇ ਬਣਾਉਣਾ ਜੀ 1/4/15 ਲਈ ट्रेडिंग अकाउंट फॉर एंडिंग ईयर कितना जी 31/3/15 ठीक है जी कितना जी 31/3/15 वही बेटा 15 वालियां आप सारिया आइटमां पानियां किहड़ियां पानियां जी 15 2015 वालियां ठीक है। जिदा साढ़े को पहले नंबर ते क्या है जी ओपनिंग स्टॉक दिता है 37,500 असी की पाना जी टू ओपनिंग स्टॉक कितना है जी 37,500 ठीक है कितना है जी 37,500। उस तो बाद जी क्लोजिंग स्टॉक आ दिता सानू इधर परचेज दिता है कितना जी साडा 31/3 परचेज लैस रिटर्न फॉर द ईयर एंड ऑफ कितना 31/3/16 आ ठीक है जी। तो सेल ईयर रिटर्निंग अप टू कितना जी 30/9/16 यानी कि 31/3/16 तक इन्नी है जी 31/3/16 तक इन्नी आ। फिर बेटा 1/4/15 तो 31/3/16 इतने 16 आना करके जी अग लगी आ 30 सितंबर लगी आ ठीक है ना 30/9/16 ठीक है ना यानी कि 31/3/16 तो लैके 31/30/9/16 तक जो होना वह मोमरेंडम अकाउंट बनाना ठीक है ना। ਹੁਣ ਇਹਦੇ ਵਿੱਚ ਆਪਾਂ ਕੀ ਪਾਣਾ ਜੀ ਆ ਸਾਡਾ ਕਲੋजिंग ਸਟਾਕ ਸੀਗਾ ਇਧਰ ਬਸ ਸੇਲ ਆ ਸਾਡੇ ਕੋਲ ਦਿੱਤੀ ਹੋ ਕਿਦਨ ਜੀ 31/3/16 ਤੱਕ 3,15,000 ਇਹ ਆਪਾਂ ਇੱਧਰ ਪਾ ਦੇਣੀ ਆ ਬਾਏ ਸੇਲ ਕਿੰਨੀ ਜੀ 3,15,000। ਹੁਣ ਬੇਟਾ ਆ ਦੇਖੋ ਆ ਸਾਡੇ ਕੋਲ ਅੱਗੇ ਹੈਗਾ ਪਰਚੇਜ਼ ਆ 31/3/16 ਤੱਕ ਆ ਜਿਹੜਾ ਕਿੰਨਾ ਜੀ 31/3/16 ਤੱਕ ਠੀਕ ਹੈ ਨਾ। ਇਹ ਆਪਾਂ ਪਾ ਦੇਣਾ 2 25 किन्ना है जी 2,53,750 2,53,750 ठीक है ना। ये भी बेटा मेन पॉइंट आ थोड़ा जेड़ा आपां की पाना हैगा जी ਇਹਦਾ ਜਿਹੜਾ मेन पॉइंट ਇਹਦਾ क्लोजिंग स्टॉक ਦਾ है स्टूडेंट जिदा ना क्लोजिंग स्टॉक साडा किन्ना हैगा जी ਇਹਦਾ 52,000 आ क्या जी बाय क्लोजिंग स्टॉक देखो 52,000 आ 52,000 ਦੇ ਵਿੱਚ ਉਹ ਕੀ ਕਹਿੰਦਾ ਆ ਕਿ ਜਿਹੜਾ 6,000 ਸੀਗਾ ਨਾ ਸਾਡੇ ਕੋਲ ਓਰੀਜਨਲ ਕੋਸਟ ਉਹਦੀ 6,000 ਸੀਗੀ ਉਹਦੀ ਵੈਲਿਊ ਕਿੰਨੀ ਲਈ ਹੋ 50% ਲਈ ਹੋ ਕਿੰਨੀ ਲਈ ਹੋ 50% ਲਈ ਹੋ ਆ। ਇਹਦਾ ਮਤਲਬ ਅਸੀਂ 3,000 ਐਡ ਕੀਤਾ ਇਹਦੇ ਵਿੱਚ 3,000 ਰੁਪਏ ਐਡ ਨਹੀਂ ਕੀਤਾ ਉਹ ਅਸੀਂ ਐਡ ਕਰ ਦੇਣਾ ਐਡ ਜਾਂ ਰਿਟਰਨ ਆਫ ਕਿੰਨਾ ਹੈ ਜੀ 3,000 ਜਿਹੜਾ ਉਹਨੇ ਘੱਟ ਲਿਖਿਆ ਸੀਗਾ 6,000 ਸੀਗਾ ਉਹਦਾ 50% ਹੀ ਲਿਖਿਆ ਸੀਗਾ 3,000 ਨਹੀਂ ਲਿਖਿਆ ਸੀ ਉਹ ਆਪਾਂ ਜੋੜ ਕੇ ਲਿਖ ਦੇਣਾ ਇੱਥੇ ਹੁਣ ਕਿੰਨਾ ਜੀ 55,000 ਕਿੰਨਾ ਜੀ 55,000 ਬਾਕੀ ਇਹਨੂੰ ਬੈਲੈਂਸ ਕਰ ਦੇਣਾ ਆਪਾਂ ਠੀਕ ਹੈ ਨਾ। ਉਹ ਕਿੱਦਾਂ ਆ ਜਾਣਾ ਜੀ ਇਹਨੂੰ ਕਰ ਲਓ ਜੀ ਅੱਗੇ 60 70 3,70,000 ਕਿੰਨਾ ਜੀ 3,70,000 ਠੀਕ ਹੈ ਨਾ। ਹੁਣ ਹੋਰ ਕੀ ਆਈਟਮ ਹੈ ਨਹੀਂ ਜਿਹੜਾ ਬਾਕੀ ਆ ਜਾਣਾ ਉਹ ਆ ਜਾਣਾ ਹੈਗਾ ਤੁਹਾਡੇ ਕੋਲ ਗ੍ਰੋਸ ਪ੍ਰੋਫਿਟ ਕੀ ਆ ਜਾਣਾ ਜੀ ਗ੍ਰੋਸ ਪ੍ਰੋਫਿਟ ਠੀਕ ਹੈ ਨਾ ਕਰਕੇ ਗ੍ਰੋਸ ਪ੍ਰੋਫਿਟ ਰੇਸ਼ੋ ਸਾਡੀ ਗ੍ਰੋਸ ਪ੍ਰੋਫਿਟ ਨਾਲ ਆਣੀ ਹੈ ਠੀਕ ਹੈ ਨਾ। ਹੁਣ ਸਾਡੇ ਕੋਲ ਗ੍ਰੋਸ ਪ੍ਰੋਫਿਟ ਕਿੰਨਾ ਆਣਾ ਹੈ ਜੀ ਉਸ ਹਿਸਾਬ ਨਾਲ ਦੇਖ ਲਓ ਕਿੰਨਾ ਹੈ ਸਾਡੇ ਕੋਲ ਪਹਿਲੇ ਨੰਬਰ ਤੇ ਸਾਡੇ ਕੋਲ ਇੱਧਰ ਲਗਾ 3,70,000 ਆ ਗਿਆ ਇਹਦੇ ਵਿੱਚ ਲੈਸ ਕਰ ਦਿਓ ਕਿੰਨਾ ਹੈ ਜੀ 3,70,000 ठीक है ना। 3,70,000 ਦੇ ਵਿੱਚੋਂ ਲੈਸ ਕਰ ਦਿਓ ਜੀ 37,500 3,70,000 ਲੈਸ 37,500 ਤੇ ਲੈਸ 2,53,750 ਕਿੰਨਾ ਜੀ 78,750 ਕਿੰਨਾ ਜਾਣਾ ਜੀ 78,750 ਕਿੰਨਾ ਹੋਣਾ 78,750। ਹੁਣ ਅਸੀਂ ਇਹਦਾ ਅੱਗੇ ਇਸੇ ਤਰ੍ਹਾਂ ਗ੍ਰੋਸ ਪ੍ਰੋਫਿਟ ਰੇਸ਼ੋ ਕੱਢ ਦੇਣਾ ਕੀ ਕੱਢ ਦੇਣਾ ਜੀ ਗ੍ਰੋਸ ਪ੍ਰੋਫਿਟ ਪੂਰੇ ਲਿਖ ਦਿੰਦਾ ਇਹਦੇ ਵਿੱਚ ਗ੍ਰੋਸ ਪ੍ਰੋਫਿਟ
ਰੇਸ਼ੋ ਕਿੰਨਾ ਦੀ ਗ੍ਰੋਸ ਪ੍ਰੋਫਿਟ ਸਾਨੂੰ ਫਾਰਮੂਲਾ ਦੱਸਿਆ ਆ 78750 ਬਟਾ ਜੀ ਸੇਲ 3,15,000 ਦਾ ਗੁਣਾ ਕਿੰਨਾ ਜੀ 100। ਠੀਕ ਹੈ, ਬਾਕੀ ਇਸ ਚੀਜ਼ ਨੂੰ ਸੋਲਵ ਕਰ ਲਓ। ਹੁਣ ਕਿੰਨਾ ਆਉਂਦਾ ਹੈ ਰੇਸ਼ੋ ਸਾਡੇ ਕੋਲ, ਠੀਕ ਹੈ ਨਾ, ਕਿੰਨਾ ਹੈ ਜੀ 78750 ਬਟਾ ਕਿੰਨਾ ਜੀ 3,15,000 ਇੰਟੂ ਕਿੰਨਾ ਜੀ 100, ਸਾਡੇ ਕੋਲ 25% ਆ ਜਾਣਾ ਹੈ। ਕਿੰਨਾ ਜਾਣਾ ਹੈ ਜੀ 25%। ਠੀਕ ਆ, ਹੁਣ ਇਹਦੇ ਵਿੱਚ ਬੇਟਾ ਮੇਨ ਕੀ ਹੁੰਦਾ ਪ੍ਰੋਬਲਮ, ਮੇਨ ਹੁੰਦਾ ਹੈਗਾ ਤੁਹਾਡਾ ਇਹਦੇ ਜਿਹੜਾ ਮੈਮੋਰੈਂਡਮ ਟ੍ਰੇਡਿੰਗ ਅਕਾਊਂਟ ਬਣਾਉਣਾ। ਕਿਹੜਾ ਬਣਾਉਣਾ ਜੀ ਮੈਮੋਰੈਂਡਮ ट्रेडिंग अकाउंट। ठीक है, क्या बनाना है मैमोरेंडम ट्रेडिंग अकाउंट। ਇਹਦੇ ਵਿੱਚ ਬੇਟਾ ਸਾਨੂੰ ਦੋ ਚੀਜ਼ਾਂ ਬਣਾਉਣੀਆਂ ਪੈਣੀਆਂ। ਠੀਕ ਹੈ ਨਾ, ਜਿਹੜੀਆਂ ਆਈਟਮਾਂ ਆ, ਇੱਕ ਸਾਨੂੰ ਕਿਹੜੀਆਂ ਬਣਾਉਣੀਆਂ ਪੈਣੀਆਂ ਨੋਰਮਲ, ਇੱਕ ਕਿਹੜੀਆਂ ਬਣਾਉਣੀਆਂ ਪੈਣੀਆਂ ਅਬਨੋਰਮਲ। ਇੱਕ ਕਿਹੜੀਆਂ ਜੀ ਨੋਰਮਲ, ਇੱਕ ਕਿਹੜੀਆਂ ਬਣਾਉਣੀਆਂ ਪੈਣੀਆਂ ਅਬਨੋਰਮਲ। ਠੀਕ ਆ, ਇੱਕ ਕਿਹਾ ਹੈ ਜੀ ਨੋਰਮਲ ਤੇ ਅਬਨੋਰਮਲ, ਨੋਰਮਲ ਤੇ ਅਬਨੋਰਮਲ। ਠੀਕ ਆ, ਦੋ ਤਰ੍ਹਾਂ। ਪਹਿਲੇ ਨੰਬਰ ਤੇ ਦੇਖੋ ਜਿਹੜਾ ਅਸੀਂ ਲਿਖਣਾ ਟੂ ਓਪਨਿੰਗ ਸਟਾਕ, ਜਿਹੜਾ ਸਾਡੇ ਕੋਲ 52,000 ਸੀਗਾ, ਇਹਦੇ ਵਿੱਚ 6,000 ਅਬਨੋਰਮਲ ਸੀਗਾ ਨਾ, ਜਿਹਦੀ 3,000 ਕੀਮਤ ਪਾਈ ਸੀਗੀ, ਆਪਾਂ 3,000 ਐਡ ਕਰ ਦਿੱਤਾ ਸੀਗਾ। ਠੀਕ ਨਾ, ਤੇ ਬੇਟਾ ਅਸੀਂ ਵੀ ਇੱਥੇ ਉਹੀ ਕਰਨਾ। ਅਸੀਂ ਕੀ ਕਰਨਾ ਹੈਗਾ, ਇੱਥੇ ਜਿਹੜਾ ਪਾਣਾ ਹੈਗਾ, ਜਿਹੜਾ ਹੁਣ 55,000 ਸੀਗਾ, ਇਹ ਚੋਂ 6,000 ਦਾ ਪਾ ਦੇਣਾ ਆਪਾਂ ਅਬਨੋਰਮਲ 'ਚ 55,000 ਦੇ ਵਿੱਚੋਂ, ਤੇ ਜਿਹੜਾ ਬਾਕੀ ਬਚਿਆ ਉਹ 49,000 ਪਾਣਾ ਸੀ ਇੱਥੇ, ਯਾਨੀ ਕਿ ਇਸ ਤਰ੍ਹਾਂ ਤੋੜ ਕੇ ਪਾਣਾ। ਠੀਕ ਆ, ਕਿੰਨਾ ਜੀ ਓਪਨਿੰਗ ਸਟਾਕ ਆ ਜਿਹੜਾ ਸਾਡਾ 55,000 ਸੀਗਾ, ਇਹ 'ਚ 6,000 ਸੀਗਾ ਨਾ ਅਬਨੋਰਮਲ, ਤੇ ਉਹਦਾ 6,000 ਅਬਨੋਰਮਲ 'ਚ ਪਾ ਦੇਣਾ, ਬਾਕੀ 49,000 ਕਿਹ 'ਚ ਪਾ ਦੇਣਾ ਜੀ ਨੋਰਮਲ ਦੇ ਵਿੱਚ ਹੀ ਅਸੀਂ ਪਾ ਦੇਣਾ। ਠੀਕ ਹੈ ਨਾ, ਉਸ ਤੋਂ ਬਾਅਦ ਬੇਟਾ ਅੱਗੇ ਆ ਗਿਆ ਸਾਡੇ ਕੋਲ। ਹੁਣ ਅੱਗੇ ਕੀ ਹੈ ਸਾਡੇ ਕੋਲ, ਅੱਗੇ ਪਾਣੇ ਹੁੰਦੇ ਹੈਗੇ ਆਪਾਂ ਪਰਚੇਜ਼ ਆ ਜੀ। ਠੀਕ ਹੈ ਨਾ, ਜਿਹੜੀ ਪਰਚੇਜ਼ ਆ ਉਹ ਸਾਨੂੰ ਕਿੰਨੀ ਦਿੱਤੀ ਹੋਣੀ ਸਿੱਧੀ ਪਹਿਲੇ। ਠੀਕ ਹੈ ਨਾ, ਪਰਚੇਜ਼ ਲੈਸ ਰਿਟਰਨ ਅਪ ਟੂ 30/9/2016 ਤੱਕ, ਇਹ ਕਿੰਨੀ ਹੈ ਜੀ 1,45,000। ਇਹ ਨੋਰਮਲ 'ਚ ਪੈਣੀ ਤੁਹਾਡੀ 1,45,000। ਠੀਕ ਹੈ ਨਾ, ਕਿੰਨੀ ਹੈ ਜੀ 1,45,000। ਹੁਣ ਤੁਸੀਂ ਇੱਧਰ ਪਾਣੀ ਹੈਗੀ ਪਹਿਲੇ ਨੰਬਰ ਤੇ ਬਾਈ ਸੇਲ, ਦੇਖ ਲਓ ਕਿੱਦਾਂ ਪੈਣੀ ਆ ਬਾਈ ਸੇਲ। ਠੀਕ ਹੈ, ਮੇਨ ਸੇਲ ਵਾਲਾ ਪੁਆਇੰਟ ਆ ਬੇਟਾ। ਦੇਖੋ ਸਾਨੂੰ ਸਾਰੀ 30/9/16 ਤੱਕ ਸੇਲ ਦਿੱਤੀ 1,84,050। ਕਿੰਨੇ ਜੀ 1,050,050। ਹੁਣ ਸਾਨੂੰ ਇਹਦੇ ਵਿੱਚ ਕੀ ਕਹਿੰਦਾ ਅਬਨੋਰਮਲ ਸੇਲ ਕਿੱਦਾਂ ਪੈਣੀ, ਕਹਿੰਦਾ ਇਨ ਮਈ 2016 3/4 ਆਫ ਦਿਸ ਸਟਾਕ, ਯਾਨੀ ਕਿ ਜਿਹੜਾ ਸਾਡਾ 6,000 ਦਾ ਸਟਾਕ ਸੀਗਾ, ਕਹਿੰਦਾ ਇਹਦਾ 3/4 ਸੀਗਾ ਆਫ ਦਿਸ ਸਟਾਕ, ਕਹਿੰਦਾ ਹੈਜ਼ ਬੀਨ ਸੋਲਡ ਐਟ 90%। ਉਹ 90% ਆਪਾਂ ਓਰੀਜਨਲ ਕੋਸਟ ਦਾ ਵੇਚ ਦਿੱਤਾ। ਠੀਕ ਨਾ, ਕਹਿੰਦਾ ਇਟ ਇਜ਼ ਨੋ ਐਕਸਪੈਕਟਿਡ ਦੈਟ ਦੀ ਬੈਲੈਂਸ ਆਫ ਦੀ ਐਬਸੋਲੂਟ ਸਟਾਕ ਵੁੱਡ ਆਲਸੋ ਵੀ ਰਿਲਾਈ ਦੀ ਸੇਮ ਪ੍ਰਾਈਸ। ਕਹਿੰਦਾ ਜਿਹੜਾ ਬਾਕੀ ਬਚਣਾ ਸਟਾਕ ਹੈ, ਜਦੋਂ 3/4 ਤਾਂ ਨਹੀਂ ਵੇਚ ਦੇਣਾ, ਜਿਹੜਾ 1/4 ਬਚਿਆ ਹੋਣਾ ਨਾ, ਉਹ ਵੀ ਕਹਿੰਦਾ ਆਪਾਂ 90% ਤੇ ਹੀ ਲੈਣਾ। ਹੁਣ ਬੇਟਾ ਪਹਿਲਾਂ ਆਪਾਂ ਅਬਨੋਰਮਲ ਸੇਲ ਤੇ ਅਬਨੋਰਮਲ ਕਲੋਜ਼ਿੰਗ ਸਟਾਕ ਕੱਢ ਲੈਣਾ। ਠੀਕ ਹੈ ਨਾ, ਅਸੀਂ ਕੀ ਕਰਨਾ ਜੀ ਅਬਨੋਰਮਲ ਸਟਾਕ ਤੇ ਅਬਨੋਰਮਲ ਸੇਲ। ਹੁਣ ਪਹਿਲੇ ਨੰਬਰ ਤੇ ਦੇਖ ਲਓ ਤੁਹਾਡੀ ਅਬਨੋਰਮਲ ਸੇਲ ਕਿੱਦਾਂ ਆਣੀ ਆ। ਅਬਨੋਰਮਲ ਸੇਲ ਕਿੱਦਾਂ ਆਣੀ ਬੇਟਾ, ਜਿਹੜਾ ਸਾਡੇ ਕੋਲ 6,000 ਸੀਗਾ, ਇਹਦਾ 3/4 ਉਹ ਕਹਿੰਦਾ ਆਪਾਂ 90% ਦੇ ਵੇਚਿਆ। ਕਿੰਨੇ ਦੇ ਵੇਚਿਆ ਜੀ 90% ਤੇ, ਮਤਲਬ ਕਿਆ ਹੈ ਜੀ 6,000, ਇਹਦਾ 3/4 ਤੇ ਇਹਦਾ ਕਿੰਨਾ ਜੀ 90%, ਕਿੰਨਾ ਆ ਗਿਆ ਜੀ 40/50। ਤੇ ਯਾਨੀ ਕਿ ਜਿਹੜਾ ਨੋਰਮਲ ਸੇਲ ਆ ਉਹ ਸਾਡੀ ਕਿੰਨੀ ਆ ਗਈ 40/50। ਠੀਕ ਹੈ ਜੀ, ਜਿਹੜੀ ਸੇਲ ਵਾਲੀ ਆ ਅਬਨੋਰਮਲ ਵਿੱਚ ਕਿੰਨੀ ਪੈਣੀ ਆ ਜੀ 40/50 ਪੈਣੀ ਸਾਡੇ ਕੋਲ ਅਬਨੋਰਮਲ ਸੇਲ ਦੇ ਵਿੱਚ, ਜਿਹੜਾ ਅਬਨੋਰਮਲ ਹੋਣਾ। ਠੀਕ ਆ, ਉਸ ਤੋਂ ਬਾਅਦ ਜੀ ਇਸੇ ਤਰ੍ਹਾਂ ਹੁਣ ਸਾਡੇ ਕੋਲ ਆ ਗਿਆ ਜੀ ਬਾਏ ਕਲੋਜ਼ਿੰਗ ਸਟਾਕ। ਠੀਕ ਹੈ ਜੀ, ਕਲੋਜ਼ਿੰਗ ਸਟਾਕ ਉਹ ਕਹਿੰਦਾ ਜਿਹੜਾ ਨਾ ਇਸ ਅਬਨੋਰਮਲ ਆਈਟਮ ਦਾ ਬੈਲੈਂਸ ਬਚਿਆ ਆ, ਦੇਖੋ ਜਿਹੜਾ ਸਾਡਾ ਗਿਆ ਜੀ ਅਬਨੋਰਮਲ ਸਟਾਕ ਆ ਕਿੰਨਾ ਹੈ ਜੀ 6,000 ਦਾ। ਦੇਖੋ 3/4 ਵੇਚ ਦਿੱਤਾ ਸੀਗਾ, ਬਚਿਆ 1/4, ਉਹਦੀ ਵੀ ਵੈਲਿਊ ਕਹਿੰਦਾ 19 ਲੈਣੀ ਆਪਾਂ 90% ਤੇ।
ਉਹਦੀ ਵੈਲਿਊ ਕਿੰਨੀ ਲੈਣੀ ਆ 90% ਦੀ, ਯਾਨੀ ਕਿ 6000 ਦਾ 1/4 ਤੇ ਇਹਦੀ ਵੈਲਿਊ ਵੀ ਕਿੰਨੀ ਲੈਣੀ ਆਪਾਂ 90%, ਮਤਲਬ ਕਿੰਨਾ ਜੀ 1350,000। ਠੀਕ ਹੈ, ਕਿੰਨੀ ਆਣੀ ਜੀ 1350, ਯਾਨੀ ਕਿ ਜਿਹੜਾ ਨੋਰਮਲ ਦਾ ਕਲੋਜ਼ਿੰਗ ਸਟਾਕ ਆ ਉਹ ਆ ਗਿਆ 1350। ਹੁਣ ਅਸੀਂ ਆਨੇ ਆ ਨੋਰਮਲ ਵੱਲ। ਕਦ ਵਿੱਚ ਲਾਣਾ ਜੀ ਨੋਰਮਲ ਵੱਲ। ਦੇਖੋ ਨੋਰਮਲ ਦੀ ਜਿਹੜੀ ਸਾਡੇ ਕੋਲ ਸੇਲ ਦਿੱਤੀ ਹੋ ਸੀਗੀ, ਟੋਟਲ ਸੇਲ ਦਿੱਤੀ ਹੋ ਸੀਗੀ ਸਾਡੇ ਕੋਲ 1,84,050। ਦੇਖੋ ਇੰਨੀ ਦਿੱਤੀ ਸੀ ਨਾ 1,84,050। ਇਹਦੇ ਵਿੱਚ 40-50 ਤਾਂ ਹੋ ਗਈ ਸਾਡੀ ਅਬਨੋਰਮਲ, ਤੇ ਜਿਹੜੀ ਬਾਕੀ ਬਚਣੀ ਆ ਉਹ ਸਾਡੀ ਹੋ ਜਾਣੀ ਨੋਰਮਲ 1,80,000। ਠੀਕ ਹੈ ਨਾ। ਤੇ ਬੇਟਾ ਉਹੀ ਫਿਰ ਇਹਦਾ ਹੁਣ ਨੋਰਮਲ ਦਾ ਅਸੀਂ ਕੱਢਣਾ ਆ ਟੂ ਗ੍ਰੋਸ ਪ੍ਰੋਫਿਟ। ਉਹ ਕਿੱਦਾਂ ਆਣਾ ਜੀ, ਜਿਹੜਾ ਸਾਡੇ ਕੋਲ 1,80,000 ਸੀਗਾ ਇਹਦਾ ਆਪਾਂ 25% ਲੈਣਾ। ਜਿਹੜਾ 1,80,000 ਆ ਇਹਦਾ ਕਿੰਨਾ 25% ਕਰਕੇ, ਪਿੱਛੇ ਸਾਡਾ ਗ੍ਰੋਸ ਪ੍ਰੋਫਿਟ ਰੇਸ਼ੋ ਜਿਹੜਾ ਸੀਗਾ 25% ਸੀਗਾ ਨਾ, ਵਾਲਾ ਕਿੰਨਾ ਸੀਗਾ ਜੀ 25%। ਤਾਂ ਆਪਾਂ ਕੀ ਕਰਨਾ ਹੈਗਾ 1,80,000 ਦਾ 25% ਪਾਣਾ, ਕਿੰਨਾ ਜੀ 45,000। ਤੇ ਅਸੀਂ ਇੱਥੇ ਪਾ ਦੇਣਾ ਹੋ ਕਿੰਨਾ ਜੀ ਗ੍ਰੋਸ ਪ੍ਰੋਫਿਟ 45,000। ਤੇ ਬੈਲੈਂਸ ਕਰਕੇ ਬੇਟਾ ਜਿਹੜਾ ਸਾਡੇ ਕੋਲ ਆਹ ਵਾਲਾ ਨੋਰਮਲ ਹੈ ਨਾ, ਨੋਰਮਲ ਕਿਹਾ ਜੀ ਨੋਰਮਲ ਆਈਟਮਾਂ ਆ, ਇਹਨਾਂ ਦਾ ਆਪਾਂ ਕੀ ਕੱਢ ਦੇਣਾ ਹੈਗਾ ਜੀ ਕਲੋਜ਼ਿੰਗ ਸਟਾਕ ਕੱਢ ਦੇਣਾ। ਠੀਕ ਆ, ਕਿੰਨਾ ਬਣ ਜਾਣੇ ਜੀ 1,45,000 ਆਹ 45,000 ਆ 1,90,000 ਤੇ ਇਹ ਬਣ ਗਿਆ ਸਾਡੇ ਕੋਲ 2,39,000। ਠੀਕ ਹੈ ਜੀ, 2,39,000 ਚੋਂ ਆਹ ਵਾਲਾ ਘਟਾ ਦਿੰਦੇ 1,80,000 ਲੈਸ 1,80,000 ਕਿੰਨਾ ਜੀ 59,000। ਆ ਲਓ। ਠੀਕ ਹੈ ਜੀ, ਤੇ ਜਿਹੜਾ ਸਾਡੇ ਕੋਲ ਅਬਨੋਰਮਲ ਵਾਲਾ ਆ ਇਹਦਾ ਬੈਲੈਂਸ ਜਿਹੜਾ ਆਉਂਦਾ ਹੁੰਦਾ ਗ੍ਰੋਸ ਕਰਕੇ ਕਲੋਜ਼ਿੰਗ ਸਟਾਕ ਤਾਂ ਆਪਾਂ ਪਹਿਲੇ ਕੱਢ ਲਿਆ ਆ। ਬੈਲੈਂਸ ਜਿਹੜਾ ਆਣਾ ਆ ਉਹ ਆਣਾ ਹੈਗਾ ਅਬਨੋਰਮਲ ਲੋਸ ਜਾਂ ਫਿਰ ਜੀ ਪ੍ਰੋਫਿਟ। ਇਹ ਜੇ ਲੋਸ ਹੀ ਆਣਾ ਹੈ ਉਹ ਸਾਡਾ ਇੱਧਰ ਆ ਜਾਣਾ ਬਾਏ ਗ੍ਰੋਸ ਲੋਸ। ਠੀਕ ਆ, ਕਿੰਨਾ ਜੀ ਇੱਧਰਲਾ ਜੋੜ ਬਣਦਾ ਆ 6,000। ਠੀਕ ਹੈ ਜੀ, 6,000 ਦੇ ਵਿੱਚੋਂ ਆ ਕਿੰਨਾ ਬਣਿਆ ਜੀ 5,54,000 ਇਹ ਬਣ ਗਿਆ ਜੀ ਸਾਡੇ ਕੋਲ 600। ਠੀਕ ਹੈ ਨਾ। ਹੁਣ ਬੇਟਾ ਅਸੀਂ ਇੰਸ਼ੋਰੈਂਸ ਕਲੇਮ ਇਹਦੇ ਵਿੱਚ ਕਿੱਦਾਂ ਕੱਢਣਾ ਹੈ, ਕਿਆ ਕਰਨਾ ਜੀ ਇਹਦੇ ਵਿੱਚ ਇੰਸ਼ੋਰੈਂਸ ਕਲੇਮ ਕਿੱਦਾਂ ਕੱਢਣਾ ਹੈ। ਠੀਕ ਹੈ ਨਾ, ਕਰਕੇ ਇਹਦੇ ਵਿੱਚ ਸਾਡੇ ਕੋਲ ਜੀ ਨੋਰਮਲ ਵੀ ਆ ਜੀ ਅਬਨੋਰਮਲ। ਜਿਹੜਾ ਹੁਣ ਅਸੀਂ ਇਹਨੇ ਇੱਥੇ ਕੱਢਣਾ ਹੈ ਅੱਗੇ ਕਿਆ ਜੀ ਸਟਾਕ ਔਨ ਡੇਟ ਆਫ ਫਾਇਰ। ਕਿਆ ਜੀ ਸਟਾਕ ਔਨ ਡੇਟ ਆਫ ਫਾਇਰ। ਠੀਕ ਨਾ, ਕੀ ਕਰਨਾ ਹੈ ਜੀ ਸਟਾਕ ਔਨ ਡੇਟ ਆਫ ਫਾਇਰ। ਠੀਕ ਆ, ਉਹ ਦੋਨੇ ਲੈਣੇ ਆਪਾਂ ਨੋਰਮਲ ਤੇ ਅਬਨੋਰਮਲ ਦੋਨੇ। 59,000 ਆਹ ਆ ਤੇ 1350 ਆ, ਦੋਨੇ ਜੋੜ ਕੇ ਮਤਲਬ ਕਿੰਨਾ ਲੈਣਾ ਹੈ ਜੀ 59,000 ਪਲੱਸ 1350 ਕਿੰਨਾ ਜੀ 60,350। ਠੀਕ ਹੈ, ਕਿੰਨਾ ਆ ਗਿਆ 60,350। ਠੀਕ ਨਾ, ਤੇ ਬੇਟਾ ਉਹਦੇ ਵਿੱਚ ਜਿਹੜੇ ਸਾਡੇ ਕੋਲ ਸੇਵਡ ਹੋਇਆ ਉਹ ਅਸੀਂ ਲੈਸ ਕਰ ਦੇਣਾ। ਠੀਕ ਨਾ, ਤੇ ਲੈਸ ਕੀ ਕਰ ਦੇਣਾ ਜੀ ਆਪਾਂ ਸੇਲ ਵਿਦ ਸਟਾਕ ਕਿੰਨਾ ਹੈ ਜੀ 7200। ਠੀਕ ਹੈ, ਇਹ ਸਾਡੇ ਕੋਲ ਆ ਜਾਣਾ ਹੈਗਾ 0,5,1,3,53। ਇਹ ਸਾਡਾ ਆ ਜਾਣਾ ਬੇਟਾ ਲੋਸ ਆਫ ਸਟਾਕ। ਠੀਕ ਹੈ, ਇਹ ਵਾਲਾ ਸਾਡਾ ਆਨਸਰ ਆ ਜਾਣਾ ਜਿਹੜਾ ਹੈ। ਠੀਕ ਹੈ ਨਾ। ਹੁਣ ਬੇਟਾ ਸਾਡੇ ਜਿਹੜੇ ਲੋਸ ਆਫ ਸਟਾਕ ਦੇ ਜਿੰਨੇ ਤਰ੍ਹਾਂ ਦੇ ਕੁਐਸਚਨ ਸੀਗੇ ਤੁਹਾਨੂੰ ਮੈਂ ਕਰਵਾ ਦਿੱਤੇ ਆ। ਠੀਕ ਨਾ, ਹੁਣ ਆਪਾਂ ਅਗਲਾ ਟੌਪਿਕ ਅਗਲੇ ਲੈਕਚਰ ਵਿੱਚ ਕਰਾਂਗੇ ਕਿਆ ਜੀ ਲੋਸ ਆਫ ਪ੍ਰੋਫਿਟ ਪੋਲਿਸੀ। ਇਹਦੇ ਨਾਲ ਦੇ ਬੇਟਾ ਕੁਐਸਚਨ ਕਰ ਲੈਣੇ, ਜੇ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਮੈਨੂੰ ਦੱਸ ਦੇਣਾ। ਠੀਕ ਆ, ਓਕੇ ਥੈਂਕਸ ਬੇਟਾ।